ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸ਼੍ਰੀ ਸੁਖਮਨੀ ਸਾਹਿਬ ਦੀ 18ਵੀਂ ਅਸ਼ਟਪਦੀ ਕਥਾ ਕਰ ਰਹੇ ਹਾਂ। ਕੱਲ੍ਹ 2 ਬੰਦ ਤੱਕ ਕਥਾ ਹੋ ਗਈ ਸੀ। ਅੱਜ 18ਵੀਂ ਅਸ਼ਟਪਦੀ ਦੇ ਤੀਸਰੇ ਬੰਦ ਦੀ ਕਥਾ ਸ਼ੁਰੂ ਹੋਣੀ ਹੈ। ਉਹਦੀ ਪਹਿਲੀ ਪੰਕਤੀ ਹੈ, 20 बिसवे गुर का मन मानै। 20 बिसवे गुर का मन मानै, सो सेवक परमेश्वर की गत जानै। 20 बिसवे पिंडां 'ਚ ਕਿਹਾ ਕਰਦੇ ਸੀ ਪੂਰੀ ਤਰ੍ਹਾਂ, ਕਿ ਇਹ ਖੇਤੀਬਾੜੀ ਨਾਲ ਸੰਬੰਧਿਤ ਗੱਲ ਹੈ। ਤਾਂ ਭਾਵ ਹੈ 20 ਬਿਸਵੇ ਤੋਂ ਭਾਵ ਹੈ ਪੂਰੀ ਤਰ੍ਹਾਂ, ਜਿਹਨੂੰ ਕਹਿੰਦੇ 100%। 20 ਬਿਸਵੇ ਗੁਰ ਕਾ ਮਨ ਮਾਨੈ। ਜਿਸ ਸੇਵਕ ਦਾ ਮਨ ਪੂਰੀ ਤਰ੍ਹਾਂ ਗੁਰੂ ਦੀ ਗੱਲ 'ਤੇ ਵਿਸ਼ਵਾਸ 'ਚ ਆ ਜਾਏ, ਜਿਹੜਾ ਸੇਵਕ ਪੂਰੀ ਤਰ੍ਹਾਂ ਗੁਰੂ ਦੀ ਗੱਲ ਨੂੰ ਮੰਨੇ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਇਹ ਪਰਮੇਸ਼ਵਰ, ਜੇ ਸੱਸੇ ਨੂੰ ਔਂਕੜ ਨਾ ਹੁੰਦਾ, ਜਾ ਕੇ ਰਾਰੇ ਨੂੰ ਹੁੰਦਾ, ਫਿਰ ਆਪਾਂ ਪੜ੍ਹਦੇ ਪਰਮੇਸ਼ਰ। ਹੁਣ ਇਹ ਸੱਸੇ ਨੂੰ ਔਂਕੜ ਹੈ, ਪਰਮੇਸ਼ਵਰ, ਅਰਥ ਇੱਕੋ ਹੀ ਹੈ। ਪਰਮੇਸ਼ਵਰ ਅਤੇ ਪਰਮੇਸ਼ਰ ਦਾ ਅਰਥ ਇੱਕੋ ਹੈ, ਪਰਮਾਤਮਾ। ਇਹ 2 ਸ਼ਬਦਾਂ ਤੋਂ ਬਣਿਆ ਹੋਇਆ। ਪਰਮ ਈਸ਼ਵਰ, ਪਰਮ ਈਸ਼ਵਰ। ਜਿਹੜਾ ਪਰਮੇਸ਼ਰ ਹੈ ਉਹ ਵੀ ਇੱਥੇ ਬਣਿਆ ਪਰਮ ਈਸ਼ਰ, ਇੰਨਾ ਹੀ ਫਰਕ ਹੈ ਬਸ। ਇੱਥੇ ਸੱਸਾ ਬੋਲਣਾ, ਉੱਥੇ ਸੱਸੇ ਦੇ ਪੈਰ 'ਚ ਬਿੰਦੀ ਬੋਲਣੀ। ਸੋ ਜੇ ਸੱਸੇ ਨੂੰ ਔਂਕੜ ਹੋਵੇ, ਫਿਰ ਬੋਲਣਾ ਪਰਮੇਸ਼ਵਰ। ਜੇ ਸੱਸੇ ਦੀ ਥਾਂ 'ਤੇ ਰਾਰੇ ਨੂੰ ਔਂਕੜ ਹੁੰਦਾ, ਫਿਰ ਆਪਾਂ ਬੋਲਦੇ ਪਰਮੇਸ਼ਰ। ਸੋ ਸੇਵਕ ਪਰਮੇਸ਼ਵਰ ਕੀ ਗਤ ਜਾਣੈ। ਉਹ ਸੇਵਕ ਜਿਹਨੂੰ ਗੁਰੂ 'ਤੇ 100% ਵਿਸ਼ਵਾਸ ਹੈ, ਉਹ ਜਿਹੜਾ ਸੇਵਕ ਹੈ ਫਿਰ ਪਰਮਾਤਮਾ ਨੂੰ ਜਾਣ ਲੈਂਦਾ। ਗਤ ਉਹਦੀ ਅਵਸਥਾ ਨੂੰ, ਭਾਵ ਪਰਮਾਤਮਾ ਨੂੰ ਜਾਣ ਲੈਂਦਾ ਹੈ। ਕਿਉਂ ਜੇ ਵਿਸ਼ਵਾਸ ਹੋਵੇਗਾ ਤਾਂ ਹੀ ਉਹ ਗੁਰੂ ਦੀ ਗੱਲ ਮੰਨੇਗਾ। ਅਤੇ ਜਦੋਂ ਗੁਰੂ ਦੀ ਗੱਲ ਮੰਨੇਗਾ, ਫਿਰ ਉੱਠਦਾ ਬੈਠਦਾ ਤੁਰਦਾ ਫਿਰਦਾ ਜਪ ਕਰਦਾ ਰਹੇਗਾ। ਇੱਕ ਦਿਨ ਪਰਮਾਤਮਾ ਨਾਲ ਮੇਲ ਹੋ ਜਾਏਗਾ, ਅਤੇ ਫਿਰ ਉਹ ਪਰਮਾਤਮਾ ਬਾਰੇ ਉਹਨੂੰ ਗਿਆਨ ਹੋ ਜਾਏਗਾ। ਇੱਕ ਕਿਤਾਬੀ ਗਿਆਨ ਹੁੰਦਾ ਹੈ, ਇਹ ਸਾਨੂੰ ਅਨੁਭਵੀ ਗਿਆਨ ਤੱਕ ਲਿਜਾਂਦਾ ਹੈ। ਜਿਹੜਾ ਕਿਤਾਬੀ ਗਿਆਨ ਹੈ, ਜਦੋਂ ਆਪਾਂ ਇਹਦਾ ਪ੍ਰੈਕਟੀਕਲ ਕਰਦੇ ਹਾਂ, ਤਾਂ ਜੋ ਗੁਰੂ ਮਹਾਰਾਜ ਨੇ ਲਿਖਿਆ, ਉਹਨਾਂ ਨੇ ਆਪਣੇ ਅਨੁਭਵ 'ਤੇ ਲਿਖਿਆ। ਉਹਨਾਂ ਪ੍ਰੈਕਟੀਕਲ ਕੀਤਾ, ਫਿਰ ਉਹਨਾਂ ਨੇ ਲਿਖਿਆ। ਇਸ ਤਰ੍ਹਾਂ ਜਦੋਂ ਫਿਰ ਆਪਾਂ ਇਹ ਬਾਣੀ ਦਾ ਪ੍ਰੈਕਟੀਕਲ ਕਰਦੇ ਹਾਂ, ਸੋ ਬਾਣੀ ਦਾ ਤਜਰਬਾ ਕਰਦੇ ਹਾਂ, ਜਿਵੇਂ ਬਾਣੀ 'ਚ ਲਿਖਿਆ ਉਵੇਂ ਕਰਦੇ ਹਾਂ, ਫਿਰ ਜੋ ਬਾਣੀ 'ਚ ਲਿਖਿਆ ਆਪਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਇਸ ਲਈ ਜਿਸ ਸੇਵਕ ਦਾ ਮਨ ਗੁਰੂ 'ਤੇ ਪੂਰੀ ਤਰ੍ਹਾਂ ਮੰਨ ਜਾਏ, ਉਹ ਸੇਵਕ ਫਿਰ ਪਰਮਾਤਮਾ ਨੂੰ ਜਾਣ ਲੈਂਦਾ ਹੈ। ਸੋ ਸਤਿਗੁਰ ਜਿਸ ਹਿਰਦੈ ਹਰਿ ਨਾਮ। ਗੁਰੂ ਕਿਹਨੂੰ ਕਹਿੰਦੇ ਨੇ? ਜਿਸ ਦੇ ਹਿਰਦੇ ਪਰਮਾਤਮਾ ਦਾ ਨਾਮ ਵਸ ਗਿਆ। ਉਹੀ ਸਤਿਗੁਰੂ ਹੈ ਜਿਸ ਦੇ ਹਿਰਦੇ 'ਚ ਪਰਮਾਤਮਾ ਦਾ ਨਾਮ ਵਸ ਗਿਆ ਹੈ। ਆਪਾਂ ਤਾਂ ਪਰਮਾਤਮਾ ਦਾ ਨਾਮ ਲੈਂਦੇ ਹਾਂ, ਪਰਮਾਤਮਾ ਦਾ ਨਾਮ ਹਿਰਦੇ 'ਚ ਨਹੀਂ ਵਸਿਆ। ਹਾਂ, ਅਗਰ ਆਪਾਂ ਸਾਲਾਂ ਬੱਧੀ ਲੱਗੇ ਰਹੇ, ਫਿਰ ਜਦੋਂ ਪਰਮਾਤਮਾ ਦਾ ਨਾਮ ਹਿਰਦੇ 'ਚ ਵਸ ਜਾਏਗਾ, ਫਿਰ ਸਿੱਖ ਅਤੇ ਗੁਰੂ 'ਚ ਕੋਈ ਫਰਕ ਨਹੀਂ ਰਹਿੰਦਾ। ਜਿਵੇਂ ਦਸਮ ਪਾਤਸ਼ਾਹ ਕਹਿੰਦੇ, ਮੇਰੇ ਵਿੱਚ ਅਤੇ ਖਾਲਸੇ ਵਿੱਚ ਅਤੇ ਵਾਹਿਗੁਰੂ ਵਿੱਚ ਕੋਈ ਫਰਕ ਨਹੀਂ ਹੈ, ਕੋਈ ਫਰਕ ਨਹੀਂ।
ਇਸ ਤਰ੍ਹਾਂ ਫਿਰ ਸਿੱਖ ਅਤੇ ਗੁਰੂ 'ਚ ਕੋਈ ਫਰਕ ਨਹੀਂ ਰਹਿੰਦਾ ਹੈ, ਦੋਨੋਂ ਇੱਕ ਰੂਪ ਹੋ ਜਾਂਦੇ ਹਨ। ਸੋ ਸਤਿਗੁਰ ਜਿਸ ਹਿਰਦੈ ਹਰਿ ਨਾਮ, ਉਹੀ ਗੁਰੂ ਹੈ ਜਿਸ ਦੇ ਹਿਰਦੇ 'ਚ ਪਰਮਾਤਮਾ ਦਾ ਨਾਮ ਵਸ ਗਿਆ ਹੈ। ਅਨੇਕ ਵਾਰ ਗੁਰ ਕੋ ਬਲ ਜਾਉ, ਮੈਂ ਅਨੇਕਾਂ ਵਾਰ ਵਾਰੀ ਵਾਰੀ ਗੁਰੂ ਤੋਂ ਬਲਿਹਾਰ ਜਾਂਦਾ। ਮੈਂ ਵਾਰੀ ਵਾਰੀ ਬਾਰ ਅਨੇਕ ਵਾਰ ਅਨੇਕਾਂ ਵਾਰ ਮੈਂ ਅਨੇਕਾਂ ਵਾਰ ਗੁਰੂ ਤੋਂ ਬਲਿਹਾਰ ਜਾਂਦਾ। ਸਰਬ ਨਿਧਾਨ ਜੀ ਕਾ ਦਾਤਾ, ਗੁਰੂ ਕੋਲੇ ਸਾਰੇ ਖਜ਼ਾਨੇ ਨੇ। ਨਿਧਾਨ ਹੁੰਦਾ ਖਜ਼ਾਨਾ, ਸਰਬ ਨਿਧਾਨ। ਜੀਵਾਂ ਨੂੰ ਦੇਣ ਲਈ ਗੁਰੂ ਮਹਾਰਾਜ ਕੋਲੇ ਸਾਰੇ ਖਜ਼ਾਨੇ ਨੇ। ਉਹ ਜੀਵਾਂ ਦਾ ਦਾਤਾ ਹੈ, ਜੀਵਾਂ ਨੂੰ ਦਾਤਾ ਦਿੰਦਾ ਹੈ, ਕਿਉਂਕਿ ਉਹਦੇ ਕੋਲੇ ਹਰ ਪ੍ਰਕਾਰ ਦੇ ਖਜ਼ਾਨੇ ਨੇ। ਜੀਵ ਜੋ ਮੰਗਦਾ ਹੈ ਉਸ ਖਜ਼ਾਨੇ 'ਚ ਉਸ ਜੀਵ ਨੂੰ ਦੇ ਦਿੰਦੇ ਨੇ। ਇਸ ਲਈ ਜਿਹੜੇ ਗੁਰੂ ਹੁੰਦੇ ਨੇ ਉਹ ਦਾਤੇ ਹੁੰਦੇ ਨੇ, ਕਿਉਂਕਿ ਸਾਰੇ ਖਜ਼ਾਨਿਆਂ ਦੇ ਉਹ ਮਾਲਕ ਹੁੰਦੇ ਨੇ। ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ, ਜਿਹੜਾ ਅਠੇ ਪਹਿਰ, ਕਿਉਂਕਿ ਗੁਰੂ ਮਹਾਰਾਜ ਕੀ ਨੇ, ਅਠੇ ਪਹਿਰ ਪਾਰ ਬ੍ਰਹਮ ਦੇ ਰੰਗ 'ਚ ਰੰਗੇ ਰਹਿੰਦੇ ਨੇ, ਉਹਦੇ ਪਿਆਰ 'ਚ ਰੰਗੇ ਰਹਿੰਦੇ। ਅਠੇ ਪਹਿਰ ਅੰਦਰ ਪਰਮਾਤਮਾ ਦੀ ਯਾਦ ਵਸ ਗਈ ਹੈ, ਪਰਮਾਤਮਾ ਪ੍ਰਤੀ ਪਿਆਰ ਹੋ ਗਿਆ ਹੈ, ਇਸ ਲਈ ਪਰਮਾਤਮਾ ਦੇ ਪਿਆਰ 'ਚ ਹੀ ਰੰਗੇ ਰਹਿੰਦੇ ਨੇ ਅਠੇ ਪਹਿਰ। ਇਸ ਲਈ ਉਹ ਦਾਤੇ ਹੋ ਜਾਂਦੇ ਨੇ, ਉਹ ਫਿਰ ਜੀਵਾਂ ਨੂੰ ਦਾਤਾ ਦਿੰਦੇ ਨੇ। ਬ੍ਰਹਮ ਮੈਂ ਜਨ ਮੈਂ ਪਾਰ ਬ੍ਰਹਮ, ਪਰਮਾਤਮਾ ਵਿੱਚ ਗੁਰੂ ਹੈ ਤੇ ਗੁਰੂ ਦੇ ਵਿੱਚ ਪਰਮਾਤਮਾ ਹੈ। ਪਰਮਾਤਮਾ 'ਚ ਜਨ ਪਰਮਾਤਮਾ ਦਾ ਭਗਤ। ਬ੍ਰਹਮ ਮੈਂ ਜਨ, ਪਰਮਾਤਮਾ ਦੇ ਵਿੱਚ ਉਹਦਾ ਭਗਤ ਹੈ। ਜਨ ਮੈਂ ਪਾਰ ਬ੍ਰਹਮ, ਅਤੇ ਭਗਤ ਦੇ ਵਿੱਚ ਪਰਮਾਤਮਾ ਹੈ। ਏਕੈ ਆਪ ਨਹੀਂ ਕਛੁ ਭਰਮ, ਉਹ ਪਰਮਾਤਮਾ ਹੀ ਹੈ, ਉਹ ਸਾਰਿਆਂ ਵਿੱਚ ਉਹੀ ਹੈ। ਸਾਡੇ ਵਿੱਚ ਵੀ, ਗੁਰੂ ਵਿੱਚ ਵੀ, ਹਰ ਚੀਜ਼ 'ਚ ਪਰਮਾਤਮਾ ਹੈ। ਇਸ ਲਈ ਗੁਰੂ ਅਤੇ ਪਰਮਾਤਮਾ ਵਿੱਚ ਫਿਰ ਕੋਈ ਫਰਕ ਨਹੀਂ ਹੁੰਦਾ। ਨਹੀਂ ਕਛੁ ਭਰਮ, ਕੋਈ ਭਰਮ ਨਹੀਂ ਹੈ, ਉਹ ਆਪ ਹੀ ਆਪ ਹੈ। ਉਹ ਆਪ ਹੀ ਸਾਰਿਆਂ ਦੇ ਵਿੱਚ ਹੈ, ਆਪਣੇ ਆਪ 'ਚ ਵੀ ਹੈ, ਕਿਉਂਕਿ ਏਕ ਹੈ, ਸਾਰਿਆਂ ਵਿੱਚ ਵੀ ਹੈ। ਇਹ 'ਚ ਕਹਿੰਦੇ ਕੋਈ ਭਰਮ ਵਾਲੀ ਗੱਲ ਨਹੀਂ ਹੈਗੀ। ਸਹਿਸ ਸਿਆਣਪ ਲਿਆ ਨਾ ਜਾਈਏ, ਸਹਿਸ ਕਹਿੰਦੇ ਹਜ਼ਾਰਾਂ ਨੂੰ, ਹਿੰਦੀ ਦਾ ਸ਼ਬਦ ਹੈ ਸਹਿਸ, ਹਜ਼ਾਰਾਂ। ਹਜ਼ਾਰਾਂ ਸਿਆਣਪਾਂ ਦੇ ਨਾਲ ਵੀ ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਹਜ਼ਾਰਾਂ ਸਿਆਣਪਾਂ ਦੇ ਨਾਲ ਗੁਰੂ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਆਪਣੀ ਅਕਲ ਦੇ ਜ਼ੋਰ ਨਾਲ ਅਸੀਂ ਗੁਰੂ ਨੂੰ ਪ੍ਰਾਪਤ ਨਹੀਂ ਕਰ ਸਕਦੇ। ਉਹ ਮਿਲਦਾ ਫਿਰ ਕਿਵੇਂ ਹੈ? ਨਾਨਕ ਐਸਾ ਗੁਰ ਵਡਭਾਗੀ ਪਾਈਐ, ਗੁਰੂ ਦੀ ਪ੍ਰਾਪਤੀ ਦਾ ਵੱਡੇ ਭਾਗਾਂ ਨਾਲ ਹੁੰਦੀ ਹੈ। ਵੱਡੇ ਭਾਗ ਹੋਣ ਤਾਂ ਜਾ ਕੇ ਗੁਰੂ ਨਾਲ ਕਿਤੇ ਮੇਲ ਹੁੰਦਾ ਹੈ, ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਚੰਗੀ ਸੰਗਤ ਦਾ ਮਿਲਣਾ ਇਹ ਵੀ ਵੱਡੇ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ। ਗੁਰੂ ਨਾਲ, ਸਾਧੂ ਨਾਲ ਮੇਲ ਹੋਣਾ ਵੱਡੇ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ। ਭਜਨ ਬੰਦਗੀ ਕਰਨਾ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ। ਬਦਕਿਸਮਤ ਲੋਕ ਤਾਂ ਸਤ ਸੰਗਤ 'ਚ ਹੀ ਨਹੀਂ ਆਉਂਦੇ। ਉਹਨਾਂ ਨੂੰ ਭਾਵੇਂ ਕਹੀ ਜਾਓ, ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਤੁਹਾਡੀ ਗੱਲ ਨੂੰ ਟਾਲ ਦਿੰਦੇ ਹਨ। ਅਸਲ 'ਚ ਉਹਨਾਂ ਦੇ ਵੱਡੇ ਭਾਗ ਹੀ ਨਹੀਂ ਹੈਗੇ। ਇਸ ਲਈ ਜਿਹੜਾ ਗੁਰੂ ਹੈ ਉਹ ਵੀ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ। ਸਫਲ ਦਰਸ਼ਨ ਪੇਖਤ ਪੁਨੀਤ,
ਗੁਰੂ ਦੇ ਦਰਸ਼ਨ ਫਲ ਦੇਣ ਵਾਲੇ ਹਨ, ਐਵੇਂ ਨਹੀਂ ਜਾਂਦੇ। ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ, ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ, ਤੁਸੀਂ ਉਸਦੇ ਦਰਸ਼ਨ ਕਰਦੇ ਹੋ, ਮੱਥਾ ਟੇਕਦੇ ਹੋ, ਕਿਉਂਕਿ ਭਗਤੀ 9 ਪ੍ਰਕਾਰ ਦੀ ਗਿਣੀ ਗਈ ਹੈ। ਘਰੋਂ ਤੁਰ ਪੈਣਾ ਗੁਰੂ ਵੱਲ ਨੂੰ, ਇਹ ਵੀ ਇੱਕ ਭਗਤੀ ਹੈ। ਜਾ ਕੇ ਕੋਈ ਫੁੱਲ, ਕੋਈ ਹਾਰ ਜਾਂ ਮਾਇਆ ਅਰਪਣ ਕਰਨਾ, ਇਹ ਵੀ ਭਗਤੀ ਹੈ। ਗੁਰੂ ਮਹਾਰਾਜ ਨੂੰ ਮੱਥਾ ਟੇਕਣਾ, ਇਹ ਵੀ ਭਗਤੀ ਹੈ। ਗੁਰੂ ਦੀ ਗੱਲ ਨੂੰ ਸੁਣਨਾ, ਇਹ ਸਰਵਣ ਭਗਤੀ ਹੈ। ਗੁਰੂ ਦੀ ਬਾਣੀ ਨੂੰ ਗਾਉਣਾ, ਇਹ ਕੀਰਤਨ ਭਗਤੀ ਹੈ। ਨਾਮ ਜਪਣਾ, ਇਹ ਨਾਮ ਭਗਤੀ ਹੈ। ਇਸ ਪ੍ਰਕਾਰ ਸਾਰੀਆਂ ਭਗਤੀਆਂ ਜਿਹੜੀਆਂ ਨੇ ਵਿੱਚ ਹੀ ਸ਼ਾਮਲ ਹੋ ਜਾਂਦੀਆਂ ਜਦੋਂ ਅਸੀਂ ਸੱਚੇ ਦਿਲੋਂ ਸ਼ਰਧਾ ਭਾਵ ਨਾਲ ਘਰੋਂ ਗੁਰੂ ਵੱਲ ਨੂੰ ਤੁਰਦੇ ਹਾਂ। ਸੋ ਵੱਡੇ ਭਾਗ ਹੁੰਦੇ ਨੇ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਸਫਲ ਦਰਸ਼ਨ, ਗੁਰੂ ਦੇ ਦਰਸ਼ਨ ਕਰਕੇ ਫਲ ਮਿਲਦਾ, ਐਵੇਂ ਨਹੀਂ ਜਾਂਦਾ। ਜਿਵੇਂ ਗੁਰੂ ਮਹਾਰਾਜ ਤੇ ਮਰਦਾਨਾ ਜੀ ਇੱਕ ਦਰਖਤ ਹੇਠਾਂ ਬੈਠੇ, ਇੱਕ ਉੱਥੇ ਭਾਈ ਆ ਗਏ, ਕਹੇ ਜੀ ਗੁਰੂ ਦੇ ਦਰਸ਼ਨ ਦਾ ਕੀ ਫਲ ਹੈ? ਕਹਿੰਦੇ ਉਹ ਸਾਹਮਣੇ ਵੱਡਾ ਦਰਖਤ ਦਿਸ ਰਿਹਾ ਨਾ? ਕਹਿੰਦਾ ਹਾਂਜੀ। ਕਹਿੰਦੇ ਉੱਥੇ ਚਲਿਆ ਜਾ, ਤੈਨੂੰ ਪਤਾ ਲੱਗ ਜਾਏਗਾ ਕਿ ਗੁਰੂ ਦੇ ਦਰਸ਼ਨਾਂ ਦਾ ਕੀ ਫਲ ਹੈ। ਉਹ ਉੱਥੇ ਚਲਿਆ ਗਿਆ ਹੈ। ਉੱਥੇ ਕੋਈ ਨਹੀਂ, ਉੱਥੇ ਸਿਰਫ 2 ਕਾਂ ਬੈਠੇ ਨੇ, ਕਾਂ ਬੈਠੇ ਨੇ। ਉਹ ਮੁੜ ਆਇਆ, ਕਹੇ ਜੀ ਉੱਥੇ ਤਾਂ ਕੋਈ ਨਹੀਂ ਹੈਗਾ। ਕਹਿੰਦੇ ਹੁਣ ਫੇਰ ਜਾ। ਉਹ ਫੇਰ ਚਲੇ ਗਿਆ, ਉੱਥੇ 2 ਬਗਲੇ ਬੈਠੇ। ਉਹਨੇ ਇੱਧਰ ਦੇਖਿਆ ਵੀ ਕੋਈ ਸਾਧੂ ਤਾਂ ਹੈ ਨਹੀਂ, ਪੁੱਛਿਆ ਕਿਹਨੂੰ ਮੈਂ। ਉਹ ਫਿਰ ਵਾਪਸ ਆ ਗਿਆ, ਕਹਿੰਦੇ ਜੀ ਉੱਥੇ ਤਾਂ ਕੋਈ ਨਹੀਂ ਦੱਸਣ ਵਾਲਾ। ਗੁਰੂ ਮਹਾਰਾਜ ਕਿਹਾ ਇੱਕ ਵਾਰੀ ਫਿਰ ਜਾ। ਫਿਰ ਚਲਿਆ ਗਿਆ, ਉੱਥੇ 2 ਹੰਸ ਬੈਠੇ ਨੇ। ਉਹ ਫਿਰ ਆ ਗਿਆ ਜੀ ਵੀ ਉੱਥੇ ਤਾਂ ਕੋਈ ਸਾਧੂ ਹੈ ਨਹੀਂ ਜੀ। ਗੁਰੂ ਮਹਾਰਾਜ ਇੱਕ ਵਾਰੀ ਫਿਰ ਜਾ, ਅਤੇ ਉੱਥੇ 2 ਸਾਧੂ ਬੈਠੇ ਨੇ। ਕਹਿੰਦੇ ਜੀ ਮੈਂ ਤੁਹਾਨੂੰ ਪੁੱਛਣ ਆਇਆ ਕਿ ਗੁਰੂ ਦੇ ਦਰਸ਼ਨਾਂ ਦਾ ਕੀ ਫਲ ਹੁੰਦਾ? ਕਹਿੰਦੇ ਅਜੇ ਤੱਕ ਤੈਨੂੰ ਸਮਝ ਨਹੀਂ ਆਈ? ਤੈਨੂੰ ਤੂੰ 4ਥੀ ਵਾਰ ਹੈ, ਤੈਨੂੰ ਸਮਝ ਨਹੀਂ ਆਈ ਗੁਰੂ ਦਾ ਕੀ ਫਲ ਹੈ? ਕਹਿੰਦੇ ਤੂੰ ਗੁਰੂ ਦੇ ਕੋਲੋਂ ਆਇਆ ਸੀ, ਤੇਰੇ ਦਰਸ਼ਨ ਕਰਕੇ ਅਸੀਂ ਕਾਂ ਤੋਂ ਬਗਲੇ ਬਣ ਗਏ। ਤੂੰ ਫਿਰ ਗੁਰੂ ਦੇ ਦਰਸ਼ਨ ਕਰਕੇ ਸਾਡੇ ਕੋਲ ਆਇਆ, ਅਸੀਂ ਤੇਰੇ ਦਰਸ਼ਨ ਕਰਕੇ ਬਗਲੇ ਤੋਂ ਹੰਸ ਬਣ ਗਏ। ਫਿਰ ਗੁਰੂ ਦੇ ਦਰਸ਼ਨ ਕਰਕੇ ਤੂੰ ਫਿਰ ਸਾਡੇ ਕੋਲ ਆਏ, ਅਤੇ ਤੈਨੂੰ ਵੇਖ ਕੇ ਅਸੀਂ ਜਿਹੜਾ ਹੈ ਸਾਧੂ ਬਣ ਗਏ। ਆਹ ਹੈ ਗੁਰੂ ਦੇ ਦਰਸ਼ਨ ਦਾ ਫਲ। ਤੂੰ ਗੁਰੂ ਦੇ ਦਰਸ਼ਨ ਕੀਤੇ, ਅਸੀਂ ਤੇਰੇ ਰਾਹੀਂ ਗੁਰੂ ਦੇ ਦਰਸ਼ਨ ਕਰਕੇ ਦੇਖੋ ਕਿੱਥੋਂ ਦੇ ਕਿੱਥੇ ਅਸੀਂ ਪਹੁੰਚ ਗਏ। ਸੋ ਗੁਰੂ ਦੇ ਦਰਸ਼ਨ ਫਲ ਦਿੰਦੇ ਨੇ, ਇਹ ਨਿਸਫਲ ਨਹੀਂ ਜਾਂਦੇ। ਔਰ ਕਹਿੰਦੇ ਮੈਂ ਗੁਰਦੁਆਰੇ ਗਿਆ ਜੀ, ਮੈਨੂੰ ਮਿਲਿਆ ਨਹੀਂ ਗੁਰੂ, ਮੇਰੀ ਗੱਲ ਨਹੀਂ। ਉਹ ਤੂੰ ਬੜਾ ਮੰਨ, ਤੂੰ ਗੁਰੂ ਦੇ ਦਰਸ਼ਨ ਕੀਤੇ ਨੇ। ਇੱਕ ਡਾਇਰੈਕਟ ਫਲ ਹੁੰਦਾ ਹੈ, ਇੱਕ ਇਨਡਾਇਰੈਕਟ ਫਲ ਹੁੰਦਾ। ਜਿਵੇਂ ਟੈਕਸ ਜਿਹਨਾਂ ਨੂੰ ਪਤਾ ਹੈ, ਇੱਕ ਡਾਇਰੈਕਟ ਟੈਕਸ ਹੁੰਦੇ ਨੇ, ਇੱਕ ਇਨਡਾਇਰੈਕਟ ਟੈਕਸ ਹੁੰਦੇ ਨੇ। ਤੁਸੀਂ ਇਨਕਮ ਟੈਕਸ ਦਿੰਦੇ ਹੋ ਨਾ, ਇਹ ਡਾਇਰੈਕਟ ਟੈਕਸ ਹੈ। ਪਰ ਜਿਹੜਾ ਤੁਸੀਂ ਸੌਦਾ ਖਰੀਦਦੇ ਹੋ, ਉਸ 'ਤੇ 18% ਟੈਕਸ ਲੱਗਦਾ, ਇਹ ਤੁਹਾਨੂੰ ਨਹੀਂ ਪਤਾ, ਇਹ ਇਨਡਾਇਰੈਕਟ ਹੈ। ਕੁਝ ਐਸੇ ਫਲ ਨੇ ਜਿਹੜੇ ਸਾਨੂੰ ਡਾਇਰੈਕਟ ਸਿੱਧੇ ਹੀ ਗੁਰੂ ਤੋਂ ਮਿਲਦੇ ਨੇ। ਅੱਛਾ ਵੀ ਹਾਂ ਭਾਈ ਜਦ ਤੇਰਾ ਕੰਮ ਹੋ ਜਾਏਗਾ, ਹੋ ਗਿਆ, ਇਹ ਤਾਂ ਡਾਇਰੈਕਟ ਹੈ। ਉਹ ਜਿਹੜਾ ਇਨਡਾਇਰੈਕਟ ਫਲ ਸੀ, ਇਸ ਲਈ ਗੁਰੂ ਦੇ ਦਰਸ਼ਨ ਕੀਤੇ ਵਿਅਰਥ ਨਹੀਂ ਜਾਂਦੇ। ਹਰ ਰੋਜ਼ ਗੁਰੂ ਦੇ ਦਰਸ਼ਨ ਕਰਨ ਜਾਈਦਾ ਹੈ। ਕਰੋ ਤੁਰੋ ਆਪਣਾ ਗੁਰੂ 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 ਕਰਦੇ ਜਾਓ, ਵਾਹਿਗੁਰੂ 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 ਕਰਦੇ ਜਾਓ। ਗੁਰਦੁਆਰੇ ਨੂੰ ਜਾਂਦੇ ਹਾਂ ਗੱਲਾਂ ਨਹੀਂ ਮਾਰੀ ਦੀਆਂ, ਗੁਰੂ ਨੂੰ ਮਿਲਣ ਚੱਲੇ ਹਾਂ। ਪੁਰਾਤਨ ਸਿੱਖ ਜਿਹੜੇ ਨੇ, ਤੁਸੀਂ ਇਤਿਹਾਸ ਪੜ੍ਹੋ, ਜਦੋਂ ਜਥਾ ਚੱਲਦਾ ਸੀ, ਇੱਕ ਬੰਦਾ ਧਾਰਨਾ ਲਾਉਂਦਾ ਸੀ ਅੱਗੇ, ਦੂਜੇ ਸਾਰੇ ਉਹਦੇ ਮਗਰ ਬੋਲਦੇ ਜਾਂਦੇ ਸਨ। ਜੇ ਕਿਸੇ ਕੋਲ ਛੈਣਾ ਸੀ, ਛੈਣੇ ਵਜਾਉਂਦਾ ਸੀ।
ਕਿਸੇ ਕੋਲ ਢੋਲਕੀ ਗਲ 'ਚ ਪਾਈ ਤੇ ਢੋਲਕ ਵੀ ਜਾਂਦਾ ਜਾਂਦਾ ਸੀ। ਭਾਵ ਸ਼ਬਦ ਕੀਰਤਨ ਕਰਦੀ ਕਰਦੀ ਸੰਗਤ ਗੁਰੂ ਤੱਕ ਜਾਂਦੇ ਸੀ। ਇਹੀ ਗੱਲ ਹੈ ਕਿ 7ਵੇਂ ਪਾਤਸ਼ਾਹ ਕੀਰਤਪੁਰ ਸਾਹਿਬ ਰਹਿੰਦੇ, ਉਹ ਲੇਟੇ ਸਨ, ਦੁਪਹਿਰ ਦਾ ਵੇਲਾ ਸੀ। ਉਹਨਾਂ ਦੇ ਕੰਨਾਂ ਦੇ ਵਿੱਚ ਸੰਗਤ ਕੀਰਤਨ ਦੀ ਆਵਾਜ਼ ਪਈ। ਗੁਰੂ ਮਹਾਰਾਜ ਬਾਣੀ ਦੇ ਸਤਿਕਾਰ ਵਜੋਂ ਇੱਕਦਮ ਉੱਠੇ। ਜਦੋਂ ਕਾਹਲੀ ਨਾਲ ਉੱਠੇ ਨਾ, ਉਹਨਾਂ ਦਾ ਗੋਡਾ ਮੰਜੇ ਦੇ ਪਾਵੇ ਨੂੰ ਵੱਜਿਆ। ਉਹ ਗੋਡੇ ਵਿੱਚ ਖੂਨ ਨਿਕਲਣ ਲੱਗ ਪਿਆ। ਇਹਨੇ 'ਚ ਨੂੰ ਸੰਗਤ ਅੰਦਰ ਆ ਗਈ। ਚਲੋ ਸਾਰੇ ਮਿਲੇ। ਇੱਕ ਨੇ ਪੁੱਛਿਆ, ਮਹਾਰਾਜ ਜੀ ਕੀ ਗੱਲ ਹੈ ਵੀ ਆ ਗੋਡੇ 'ਚੋਂ ਖੂਨ ਨਿਕਲ ਰਿਹਾ? ਕਹਿੰਦੇ ਭਾਈ ਅਸੀਂ ਲੇਟੇ ਹੋਏ ਸੀ, ਤੁਸੀਂ ਕੀਰਤਨ ਕਰਦੇ ਆ ਰਹੇ ਸੀ, ਸਾਡੇ ਕੰਨਾਂ 'ਚ ਬਾਣੀ ਪਈ। ਬਾਣੀ ਗੁਰੂ ਹੈ, ਇਸ ਲਈ ਅਸੀਂ ਸਤਿਕਾਰ ਵਜੋਂ ਖੜ੍ਹੇ ਹੋਏ ਅਤੇ ਸਾਡੇ ਸੱਟ ਵੱਜ ਗਈ ਹੈ। ਬੈਠੋ ਗਏ, ਤੁਸੀਂ ਬੈਠੋ। ਇਹ ਹੈ, ਜੇ ਗੁਰੂ ਮਹਾਰਾਜ ਬਾਣੀ ਦੇ ਸਤਿਕਾਰ ਵਜੋਂ ਖੜ੍ਹੇ ਹੋ ਸਕਦੇ ਨੇ ਤਾਂ ਅਸੀਂ ਕਿਤੇ ਵਿਚਾਰੇ। ਇਸ ਲਈ ਗੁਰੂ ਦੇ ਦਰਸ਼ਨ ਐਵੇਂ ਨਹੀਂ ਜਾਂਦੇ, ਇਹ ਆਪਣਾ ਫਲ ਦਿੰਦੇ ਨੇ। ਇੰਨੇ ਕੋਈ ਫਲ ਛੇਤੀ ਮਿਲ ਜਾਂਦਾ, ਕੋਈ ਦੇਰ ਨਾ ਮਿਲਦਾ, ਬਸ ਇੰਨਾ ਹੀ। ਸੋ ਤਾਂ ਗੁਰੂ ਮਹਾਰਾਜ ਸਫਲ ਦਰਸ਼ਨ ਪੇਖਤ ਪੁਨੀਤ। ਗੁਰੂ ਦੇ ਦਰਸ਼ਨ ਕਰਕੇ ਜੀਵਨ ਸਫਲਾ ਹੋ ਜਾਂਦਾ ਹੈ। ਪੇਖਤ, ਗੁਰੂ ਦੇ ਦਰਸ਼ਨ ਕਰਕੇ ਮਨੁੱਖ ਦਾ ਹਿਰਦਾ ਪੁਨੀਤ, ਪਵਿੱਤਰ ਹੋ ਜਾਂਦਾ ਹੈ। ਦਰਸ਼ਨ ਕਰਕੇ ਜੀਵਨ ਸਫਲਾ ਹੁੰਦਾ ਹੈ। ਵੇਖ ਕੇ ਹਿਰਦਾ ਪਵਿੱਤਰ ਹੁੰਦਾ ਹੈ। ਪਰਸਤ ਚਰਨ ਗਤ ਨਿਰਮਲ ਰੀਤ। ਗੁਰੂ ਦੇ ਚਰਨਾਂ ਨੂੰ ਸਪਰਸ਼ ਕਰਕੇ, ਗੁਰੂ ਦੇ ਚਰਨਾਂ 'ਤੇ ਮੱਥਾ ਟੇਕ ਕੇ, ਗੁਰੂ ਦੇ ਚਰਨਾਂ ਜਦੋਂ ਮੱਥਾ ਟੇਕਦੇ ਆ, ਹੱਥ ਵੀ ਲੱਗ ਜਾਣੇ ਅਤੇ ਮੱਥਾ ਵੀ ਲੱਗ ਚਰਨਾਂ ਨੂੰ। 6ਵੇਂ ਪਾਤਸ਼ਾਹ ਜਹਾਂਗੀਰ ਦੇ ਨਾਲ ਜਾ ਰਹੇ ਨੇ, ਆਗਰੇ ਪਹੁੰਚੇ। ਆਗਰੇ ਦੇ ਸਿੱਖਾਂ ਨੂੰ ਪਤਾ ਲੱਗਿਆ ਵੀ 6ਵੇਂ ਪਾਤਸ਼ਾਹ ਹੈ। ਉਹ ਦਰਸ਼ਨ ਕਰਨ ਨੂੰ ਆ ਗਏ। ਜਿਹੜਾ ਉਸ ਦਾ ਸਰਾਰਦੀਨ ਕਾਜ਼ੀ ਸੀ, ਸਭ ਤੋਂ ਵੱਡਾ ਕਾਜ਼ੀ, ਉਹਨੂੰ ਵੀ ਪਤਾ ਲੱਗਿਆ ਵੀ ਗੁਰੂ ਨਾਨਕ ਦੀ ਗੁਰਗੱਦੀ 6ਵੇਂ ਪਾਤਸ਼ਾਹ ਨੇ, ਉਹ ਵੀ ਦਰਸ਼ਨ ਕਰਨ ਆ ਗਏ। ਆਪਣੇ ਆਪਣੇ ਧਰਮ ਦੀ ਮਰਿਆਦਾ ਹੁੰਦੀ ਹੈ। ਜਿਵੇਂ ਆਪਾਂ ਆਪਣੇ ਤੋਂ ਵੱਡੇ ਨੂੰ ਵੇਖ ਕੇ ਸਿਰ ਢੱਕ ਲੈਂਦੇ, ਪਰ ਜੇ ਅੰਗਰੇਜ਼ ਨੇ, ਉਹ ਆਪਣੇ ਵੱਡੇ ਨੂੰ ਵੇਖ ਕੇ ਸਿਰ 'ਤੇ ਟੋਪੀ ਲਾ ਲੈਂਦੇ ਨੇ। ਆਪਣਾ ਆਪਣਾ ਢੰਗ ਹੈ, ਆਪਣੀ ਆਪਣੀ ਧਰਮ ਦੀ ਮਰਿਆਦਾ ਹੁੰਦੀ ਹੈ। ਅੰਗਰੇਜ਼ਾਂ ਨੇ ਜਿਹਦਾ ਸਤਿਕਾਰ ਕਰਨਾ ਹੁੰਦਾ, ਸਿਰ ਤੋਂ ਟੋਪੀ ਲਾ ਕੇ ਸਿਰ ਝੁਕਾਉਂਦੇ ਨੇ। ਆਪਾਂ ਜਿਹਦਾ ਸਤਿਕਾਰ ਕਰਨਾ ਹੁੰਦਾ, ਆਪਾਂ ਸਿਰ ਢੱਕ ਲੈਂਦੇ ਹਾਂ। ਤਾਂ ਹੀ ਸਿੱਖ ਗੁਰਦੁਆਰੇ ਜਦੋਂ ਜਾਂਦਾ, ਸਿਰ ਢੱਕ ਕੇ ਜਾਂਦਾ ਵੀ ਗੁਰੂ ਮਹਾਰਾਜ ਸਾਡੇ ਤੋਂ ਵੱਡੇ ਨੇ। ਮੈਨੂੰ ਯਾਦ ਹੈ ਵੀ ਮੈਂ ਜੇ ਕਿਸੇ ਗਲੀ 'ਚ ਜਾ ਰਿਹਾ, ਮੈਂ ਅੱਗੋਂ ਬੀਬੀਆਂ ਆ ਰਹੀਆਂ, ਨੰਗੇ ਸਿਰ ਹੀ ਹੁੰਦੇ, ਮੈਨੂੰ ਵੇਖ ਕੇ ਫਟਾਫਟ ਸਿਰ 'ਤੇ ਦੁਪੱਟਾ ਲੈ ਲੈਂਦੀ। ਸਤਿਕਾਰ ਹੈ ਵੀ ਬਾਬਾ ਜੀ ਆ ਰਹੇ ਨੇ। ਇਸ ਤਰ੍ਹਾਂ ਜਦੋਂ ਆਪਾਂ ਵੀ ਮੰਨ ਲਓ ਵੈਸੇ ਬੈਠੇ, ਗੁਰੂ ਮਹਾਰਾਜ ਨੂੰ ਜਦੋਂ ਮਿਲਣ ਜਾਂਦੇ, ਸਿਰ ਢੱਕ ਕੇ ਜਾਂਦੇ, ਸਤਿਕਾਰ ਹੈ। ਸੋ ਉਹ ਕਾਜ਼ੀ ਬੈਠਾ, ਗੁਰੂ ਨੇ ਸਤਿਕਾਰ ਕੀਤਾ, ਬੈਠੋ ਜੀ। ਕਾਜ਼ੀ ਸਰਾਰਦੀਨ ਕਾਜ਼ੀ ਬੜੇ ਧਿਆਨ ਨਾਲ ਵੇਖ ਰਿਹਾ ਵੀ ਜਿਹੜਾ ਵੀ ਸਿੱਖ ਆਉਂਦਾ ਹੈ, ਉਹ ਗੁਰੂ ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕਦਾ। ਜੋ ਸਾਰੇ ਮੱਥਾ ਟੇਕ ਹਟੇ, ਉਹ ਪੁੱਛਦਾ, ਮਹਾਰਾਜ ਜੀ ਇਹ ਤੁਹਾਡੇ ਜਿਹੜੇ ਸਿੱਖ ਨੇ, ਤੁਹਾਡੇ ਚਰਨਾਂ 'ਤੇ ਮੱਥਾ ਕਿਉਂ ਟੇਕਦੇ ਹਨ? ਉਹ ਕਹਿੰਦੇ ਤੁਹਾਨੂੰ ਉੱਤਰ ਦਿੰਦੇ ਹਾਂ। ਇੱਕ ਸਿੱਖ ਨੂੰ ਕਹਿੰਦੇ ਭਾਈ ਸਾਡੀ ਮੋਹਰ ਲਿਆ। ਉਸ ਵੇਲੇ ਮੁਸਲਮਾਨਾਂ ਦਾ ਰਾਜ ਸੀ ਅਤੇ ਰਾਜ ਭਾਸ਼ਾ ਫਾਰਸੀ ਸੀ। ਮੋਹਰ ਫਾਰਸੀ ਦੇ ਵਿੱਚ ਸੀ। ਜਿਨ੍ਹਾਂ ਨੇ ਕਦੇ ਮੋਹਰ ਵੇਖੀ ਹੋਵੇ, ਉਹਨਾਂ ਨੂੰ ਪਤਾ ਉੱਥੇ ਅੱਖਰ ਪੁੱਠੇ ਹੁੰਦੇ ਨੇ, ਉਹ ਪੜ੍ਹ ਨਹੀਂ ਹੁੰਦੇ ਹਰ ਇੱਕ ਤੋਂ ਵੀ ਕੀ ਲਿਖਿਆ ਹੈ ਮੋਹਰ 'ਤੇ, ਕਿ ਅੱਖਰ ਹੀ ਪੁੱਠੇ ਨੇ। ਕਹਿੰਦੇ ਕਾਜ਼ੀ ਜੀ ਪੜ੍ਹੋ ਕੀ ਲਿਖਿਆ ਮੋਹਰ 'ਤੇ। ਕਹੇ ਜੀ ਅੱਖਰ ਪੁੱਠੇ ਨੇ, ਪੜ੍ਹ ਨਹੀਂ ਹੁੰਦੇ। ਇੱਕ ਸਿੱਖ ਨੂੰ ਕਹਿੰਦੇ ਭਾਈ ਸਿਆਹੀ ਲਾ ਇਹਨੂੰ ਅਤੇ ਕਾਗਜ਼ ਦੇ ਉੱਤੇ ਮੋਹਰ ਲਾ। ਜਦੋਂ ਕਾਗਜ਼ 'ਤੇ ਮੋਹਰ ਲਾਈ, ਅੱਖਰ ਹੋ ਗਏ ਸਿੱਧੇ। ਕਹਿੰਦੇ ਕਾਜ਼ੀ ਜੀ ਹੁਣ ਪੜ੍ਹੋ। ਉਹਨੇ ਪੜ੍ਹਤਾ ਕਿ
ਕਹਿੰਦੇ ਕਾਜ਼ੀ ਜੀ, ਜਿਵੇਂ ਮੋਹਰ ਦੇ ਅੱਖਰ ਪੁੱਠੇ ਨੇ ਨਾ, ਜਦੋਂ ਮੋਹਰ ਕਾਗਜ਼ 'ਤੇ ਲੱਗਦੀ ਹੈ ਅੱਖਰ ਸਿੱਧੇ ਹੋ ਜਾਂਦੇ ਨੇ। ਜੇ ਸਿੱਖ ਦੇ ਲੇਖ ਪੁੱਠੇ ਹੋਣ, ਜਦੋਂ ਸਿੱਖ ਗੁਰੂ ਦੇ ਚਰਨਾਂ 'ਤੇ ਮੱਥਾ ਟੇਕਦਾ ਉਹਦੇ ਲੇਖ ਸਿੱਧੇ ਹੋ ਜਾਂਦੇ ਨੇ। ਇਸ ਲਈ ਸਿੱਖ ਗੁਰੂ ਦੇ ਚਰਨਾਂ 'ਤੇ ਮੱਥਾ ਟੇਕਦਾ। ਕਾਜ਼ੀ ਦੀ ਤਸੱਲੀ ਹੋ ਗਈ। ਪਰਸਤ ਚਰਨ, ਇਸੇ ਗੁਰੂ ਦੇ ਚਰਨਾਂ ਨੂੰ ਸਪਰਸ਼ ਕਰਕੇ ਨਾ ਗਤ ਨਿਰਮਲ ਰੀਤ, ਮਨੁੱਖ ਦਾ ਮਨ ਨਿਰਮਲ ਹੋ ਜਾਂਦਾ ਹੈ। ਰੀਤ ਉਹਦੀ ਜੀਵਨ ਮਰਿਆਦਾ ਜਿਹੜੀ ਹੈ ਉਹ ਵੀ ਪਵਿੱਤਰ ਹੋ ਜਾਂਦੀ ਹੈ। ਉਹਦੀ ਅੰਦਰਲੀ ਅਵਸਥਾ ਪਵਿੱਤਰ ਹੋ ਜਾਂਦੀ ਹੈ। ਉਹਦੇ ਰੀਤ ਜਿਹੜੇ ਦੇ ਕਰਮ ਜਿਹੜੇ ਨੇ ਉਹ ਵੀ ਪਵਿੱਤਰ ਹੋ ਜਾਂਦੇ ਨੇ। ਕਿਉਂਕਿ ਜਦੋਂ ਮਨ ਪਵਿੱਤਰ ਹੋ ਜਾਏ ਨਾ, ਕਰਮ ਆਪੇ ਹੀ ਪਵਿੱਤਰ ਹੋ ਜਾਣ। ਕਿਉਂ? ਮਨ ਨੇ ਹੀ ਸਾਡੇ ਤੋਂ ਕਰਮ ਕਰਾਉਣੇ ਨੇ। ਤੁਹਾਡੀ ਮੱਤ ਨਹੀਂ ਤੁਹਾਨੂੰ ਇੱਥੇ ਲੈ ਕੇ ਆਈ, ਤੁਹਾਡਾ ਮਨ ਐਕਚੁਅਲੀ ਤੁਹਾਨੂੰ ਇੱਥੇ ਲੈ ਕੇ ਆਇਆ। ਤੁਸੀਂ ਕਹਿੰਦੇ ਅੱਜ ਜਾਂ ਸਤਸੰਗ ਨੂੰ ਮੇਰਾ ਮਨ ਨਹੀਂ ਮੰਨਦਾ, ਇਹ ਨਹੀਂ ਕਦੇ ਮੇਰੀ ਮੱਤ ਨਹੀਂ ਮੰਨਦੀ, ਇਹ ਨਹੀਂ ਕਦੇ ਕਹਿੰਦੇ ਅੱਜ ਰੋਟੀ ਖਾਣ ਨੂੰ ਮੇਰਾ ਮਨ ਨਹੀਂ ਕਰਦਾ। ਜੀ ਕਹਿ ਲਓ, ਮਨ ਕਹਿ ਲਓ। ਮਨ ਹੀ ਸਾਨੂੰ ਸਤਸੰਗ 'ਚ ਲਿਆ। ਇਹ ਜੇ ਮਨ ਖੋਟਾ ਹੋਵੇ, ਇਹ ਸਾਨੂੰ ਇਸ ਵੇਲੇ ਠੇਕੇ ਵੀ ਲਿਜਾ ਸਕਦਾ ਹੈ। ਮੱਤ ਤੋਂ ਤਾਂ ਕੰਮ ਹੀ ਕੋਈ ਵਿਰਲਾ ਢਾਵਾਂ ਲੈਂਦਾ ਨਾ। ਮਸਾਂ 10% ਲੋਕ ਸਮਾਜ 'ਚ ਹੋਣਗੇ ਜਿਹੜੇ ਮੱਤ ਤੋਂ ਕੰਮ ਲੈਂਦੇ ਨੇ, ਨਹੀਂ ਤਾਂ ਮਨ ਤੋਂ ਹੀ ਲੈਂਦੇ ਨੇ। ਅਸੀਂ ਮਨ ਤੋਂ ਕੰਮ ਲੈਂਦੇ ਹਾਂ। ਗੁਰਬਾਣੀ ਕਹਿੰਦੀ ਮਨ ਜਨਮਾਂ ਜਨਮਾਂਤਰਾਂ ਦਾ ਮੈਲਾ ਹੈ। ਮਨ ਹੈਗਾ ਖੋਟਾ, ਮਨ ਖੁੱਟਰ, ਗੁਰਬਾਣੀ ਲਿਖੀ ਮਨ ਖੋਟਾ। ਅਤੇ ਜੇ ਤੁਸੀਂ ਖੋਟੇ ਮਨ ਤੋਂ ਕੋਈ ਸਲਾਹ ਲਵੋਗੇ, ਉਹਨੇ ਤੁਹਾਨੂੰ ਚੰਗੀ ਸਲਾਹ ਥੋੜ੍ਹਾ ਦੇਣੀ। ਜਿਹੜੇ ਬੰਦੇ ਮਨ ਦੇ ਮਗਰ ਲੱਗਦੇ ਨੇ ਹਮੇਸ਼ਾ ਉਹੀ ਗਲਤ ਕੰਮ ਕਰਦੇ ਨੇ। ਜਿਹੜੇ ਮੱਤ ਤੋਂ ਕੰਮ ਲੈਂਦੇ ਨੇ, ਮੱਤ ਤੇ ਦੱਸੇਗੀ ਆਹ ਠੀਕ ਹੈ ਅਤੇ ਆਹ ਗਲਤ ਹੈ। ਮੱਤ ਦੱਸਦੀ ਕੀ ਠੀਕ ਹੈ, ਮਨ ਨਹੀਂ ਦੱਸਦਾ ਹੈਗਾ। ਇਸ ਲਈ ਉਹਦਾ ਮਨ ਨਿਰਮਲ ਹੋ ਜਾਂਦਾ ਹੈ। ਉਹਦੀ ਜੀਵਨ ਰੀਤੀ ਜਿਹੜੀ ਹੈ, ਮਰਿਆਦਾ ਜਿਹੜੀ ਹੈ, ਉਹ ਸ਼ੁੱਧ ਹੋ ਜਾਂਦੀ ਹੈ। ਭਾਵ ਸ਼ੁਭ ਕਰਮ ਕਰਦਾ। ਫਿਰ ਭੇਟ ਸੰਗ ਰਾਮ ਗੁਣ ਰਵੇ, ਉਹ ਗੁਰੂ ਨੂੰ ਮਿਲ ਕੇ ਨਾ ਫਿਰ ਪਰਮਾਤਮਾ ਦੇ ਗੁਣ ਗਾਉਂਦਾ ਰਵੇ, ਗਾਉਂਦਾ ਹੈ। ਮਨੁੱਖ ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਗੁਣ ਗਾਉਂਦਾ ਹੈ। ਆਪਾਂ ਗੁਣ ਗਾਉਣ ਵਾਲੇ ਕੋਲ ਜਾਵਾਂਗੇ, ਆਪਾਂ ਵੀ ਗੁਣ ਗਾਉਣ ਲੱਗ ਜਾਣਗੇ। ਗੀਤ ਗਾਉਣ ਵਾਲਿਆਂ ਕੋਲ ਜਾਵਾਂਗੇ, ਉਹ ਵੀ ਗੀਤ ਗਾ ਰਿਹਾ, ਆਪਾਂ ਵੀ ਨਾਲ ਲੱਗ ਜਾਵਾਂਗੇ, ਹੁਣ ਲੱਗ ਜਾਵਾਂਗੇ। ਪੈਲਸ 'ਚ ਬੈਠੇ, ਆਰਕੈਸਟਰਾ ਵੱਜ ਰਿਹਾ, ਬੁੱਢਾ ਬੰਦਾ ਵੀ ਪੈਰ ਹਿਲਾ ਰਿਹਾ ਹੈ। ਚਿੱਟੀ ਦਾੜੀ ਹੁਣ ਕੇ ਨੱਚਦਾ ਨਹੀਂ, ਵੀ ਲੋਕ ਕੀ ਕਹਿਣਗੇ, ਬੱਗੀ ਦਾੜੀ ਵਾਲਾ ਨੱਚੀ ਜਾਂਦਾ। ਪਰ ਕਿ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ। ਮੈਂ ਦੇਖਿਆ ਉਹਦੇ ਪੈਰ ਹਿੱਲ ਰਹੇ ਹੁੰਦੇ ਨੇ। ਕਿਉਂ? ਜਿਹੋ ਜਿਹੇ ਵਾਤਾਵਰਨ 'ਚ ਜਾਓਗੇ ਤੁਸੀਂ ਉਹੋ ਜਿਹੇ ਹੋ ਜਾਓਗੇ। ਸੰਗਤ 'ਚ ਬੈਠੇ ਤੁਸੀਂ ਪੈਰ ਨਹੀਂ ਹਿਲਾਵੋਗੇ, ਉੱਥੇ ਤੁਸੀਂ ਆਰਾਮ ਨਾਲ ਬੈਠੇ ਰਹੋਗੇ। ਤੁਹਾਡੀ ਕੋਸ਼ਿਸ਼ ਹੋਵੇਗੀ ਕਿ ਚੌਂਕੜੀ ਮਾਰ ਕੇ ਬੈਠਿਆ ਜਾਵੇ। ਅਗਰ ਲੱਤਾਂ ਠੀਕ ਨੇ, ਗੋਡੇ ਠੀਕ ਨੇ, ਫਿਰ ਚੌਂਕੜੀ ਮਾਰ ਕੇ ਬੈਠਣਾ ਚਾਹੀਦਾ। ਇਹ ਭਗਤੀ ਦਾ ਪਹਿਲਾ, ਹੁਣ ਇਹਨੂੰ ਕਹਿੰਦੇ ਪੋਸਚਰ, ਇਹਨੂੰ ਕਹਿੰਦੇ ਨੇ ਪੋਸਚਰ। ਵੀ ਇਸ ਚੌਂਕੜੀ ਮਾਰੀ ਹੋਈ ਹੈ, ਲੱਕ ਬਿਲਕੁਲ ਸਿੱਧਾ, ਚੌਂਕੜੀ ਮਾਰੀ ਹੋਈ ਹੈ, ਲੱਕ ਸਿੱਧਾ, ਦੋਨੋਂ ਹੱਥ ਅੱਗੇ ਨੂੰ ਜੁੜੇ ਹੋਏ ਨੇ। ਇਹ ਭਗਤੀ ਦੀ ਮੁਦਰਾ ਹੈ, ਇਹਨੂੰ ਕਹਿੰਦੇ ਮੁਦਰਾ, ਜਿਹਨੂੰ ਇੰਗਲਿਸ਼ ਕਹਿੰਦੇ ਪੋਸਚਰ। ਹਾਲਾਂਕਿ ਜੇ ਤੁਸੀਂ ਮੰਨ ਲਓ ਇਹ ਚੌਕੜੀ ਮਾਰ ਕੇ ਬੈਠੇ ਹੋ, ਇਹ ਸਿੱਧੇ ਬੈਠੇ ਹੋ, ਅੱਗੇ ਦੋਨੋਂ ਹੱਥ ਤੁਹਾਡੇ ਜੁੜੇ ਹੋਏ ਹਨ, ਅੱਖਾਂ ਤੁਹਾਡੀਆਂ ਬੰਦ ਨੇ, ਤਾਂ ਜਿਹੜਾ ਕੋਈ ਬਾਹਰੋਂ ਆਵੇਗਾ ਅਲਾ ਕਹੇਗਾ ਬਾਬਾ ਜੀ ਭਜਨ ਬੰਦਗੀ ਕਰਦੇ, ਕਾਹਨੂੰ ਇਹਨਾਂ ਨੂੰ ਜਿਹੜਾ ਡਿਸਟਰਬ ਕਰਨਾ। ਅਤੇ ਜੇ ਮੇਰੀ ਅੱਖਾਂ ਖੁੱਲ੍ਹੀਆਂ ਨੇ ਅਤੇ ਲੱਤਾਂ ਮੈਂ ਲੰਮੀਆਂ ਕੀਤੀਆਂ ਹੋਈਆਂ ਨੇ, ਤਾਂ ਫਿਰ ਅਲਾ ਕਹੇਗਾ ਇਹ ਤਾਂ ਈਜ਼ੀ ਮੂਡ 'ਚ ਨੇ, ਚਲੋ ਚੱਲਦੇ ਅੰਦਰ। ਭਗਤੀ ਦਾ ਆਪਣਾ ਇੱਕ ਪੋਸਚਰ ਹੁੰਦਾ ਹੈ।
ਆਪਣਾ ਇੱਕ ਜੇ ਬੈਠਣ ਢੰਗ ਹੁੰਦਾ ਹੈ। ਭਗਤੀ ਕਰਨ ਵਾਲਾ ਇੱਕੋ ਥਾਂ 'ਤੇ ਰੋਜ਼ ਬੈਠ ਕੇ ਭਜਨ ਬੰਦਗੀ ਕਰਦਾ ਆਪਣੇ ਘਰ 'ਚ, ਚਾਹੇ ਉਹਨੇ ਅੱਡ ਕਮਰਾ ਬਣਾਇਆ ਹੋਇਆ, ਚਾਹੇ ਉਹ ਬੈੱਡ 'ਤੇ ਬੈਠਦਾ, ਚਾਹੇ ਸੋਫੇ 'ਤੇ ਬੈਠਦਾ, ਚਾਹੇ ਕੁਰਸੀ 'ਤੇ ਬੈਠਦਾ। ਭਜਨ ਬੰਦਗੀ ਵਾਲਾ ਨਿਸ਼ਚਿਤ ਸਮੇਂ 'ਤੇ ਉੱਠਦਾ, ਉਹਦਾ ਸਮਾਂ ਨਿਸ਼ਚਿਤ ਹੈ, ਉਸੇ ਸਮੇਂ 'ਤੇ ਉੱਠਣਾ ਉਸਨੇ। ਰੋਜ਼ ਇੱਕੋ ਹੀ ਥਾਂ 'ਤੇ ਬਹਿਣਾ ਹੈ ਅਤੇ ਇੱਕੋ ਜਿੰਨਾ ਸਮਾਂ ਘੱਟ ਤੋਂ ਘੱਟ ਭਜਨ ਬੰਦਗੀ ਕਰਨੀ। ਘੱਟ ਤੋਂ ਘੱਟ ਸਮਾਂ ਦਾ ਨਿਸ਼ਚਿਤ ਮੈਂ 1 ਘੰਟਾ ਕਰਨੀ, 1 ਘੰਟਾ ਕਰਨੀ ਹੀ ਕਰਨੀ, 1 ਘੰਟਾ ਕਰਨੀ ਹੀ ਕਰਨੀ। ਨਿਸ਼ਚਿਤ ਸਮੇਂ 'ਤੇ ਕਰਨੀ ਹੈ, ਨਿਸ਼ਚਿਤ ਸਥਾਨ 'ਤੇ ਕਰਨੀ। ਤੁਸੀਂ ਕਹੋਗੇ ਇੱਕੋ ਥਾਂ 'ਤੇ ਕਿਉਂ ਕਰਨੀ? ਜਦੋਂ ਤੁਸੀਂ ਭਜਨ ਬੰਦਗੀ ਕਰਦੇ ਹੋ, ਬਾਣੀ ਪੜ੍ਹਦੇ ਹੋ, ਨਾਮ ਜਪਦੇ ਹੋ ਨਾ, ਤੁਹਾਡੇ ਅੰਦਰੋਂ ਬਾਣੀ ਨਾਮ ਦੀਆਂ ਲਹਿਰਾਂ ਨਿਕਲਦੀਆਂ। ਉਹ ਲਹਿਰਾਂ ਉਸ ਸਥਾਨ ਦੇ ਉੱਤੇ ਘੁੰਮੀ ਜਾਂਦੀਆਂ ਨੇ ਜਿੱਥੇ ਤੁਸੀਂ ਬੈਠੇ ਹੋ। ਜਦੋਂ ਅਗਲੇ ਦਿਨ ਬੈਠੋਗੇ ਉਹ ਲਹਿਰਾਂ ਘੁੰਮ ਰਹੀਆਂ ਨੇ ਉੱਥੇ, ਉਹਦੇ ਵਿੱਚ ਜੇ ਤੁਸੀਂ ਬੈਠੋਗੇ ਇੱਕਦਮ ਤੁਹਾਡੀ ਭਜਨ ਬੰਦਗੀ ਸ਼ੁਰੂ ਹੋ ਜਾਏਗੀ। ਅਗਲੇ ਦਿਨ ਫਿਰ ਬੈਠੋਗੇ, ਫਿਰ ਭਜਨ ਬੰਦਗੀ ਸ਼ੁਰੂ ਹੋ ਜਾਏਗੀ। ਹੁਣ ਗੁਰਦੁਆਰੇ 'ਚ ਕਿਉਂ ਮਨ ਲੱਗਦਾ? ਇਸੇ ਲਈ ਲੱਗਦਾ ਹੈ ਕਿ ਗੁਰਦੁਆਰੇ ਦੇ ਵਿੱਚ ਕੀਰਤਨ ਹੋ ਰਿਹਾ ਹੈ, ਕਥਾ ਵਾਰਤਾ ਹੋ ਰਹੀ ਹੈ, ਪਾਠ ਹੋ ਰਿਹਾ ਹੈ। ਉੱਥੇ ਨਾਮ ਦੀਆਂ ਬਾਣੀ ਦੀਆਂ ਲਹਿਰਾਂ 24 ਘੰਟੇ ਰਹਿੰਦੀਆਂ ਨੇ। ਜਿਉਂ ਹੀ ਆਪਾਂ ਅੰਦਰ ਐਂਟਰ ਕਰਦੇ ਹਾਂ, ਇੱਕਦਮ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਮਨ ਜਿਹੜਾ ਹੈ ਰੁਕ ਜਾਂਦਾ ਹੈ, ਉਹ ਭੱਜਦਾ ਨੱਠਦਾ ਘੱਟ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਭੇਟਤ ਸੰਗ ਰਾਮ ਗੁਣ ਰਵੇ। ਗੁਰੂ ਮਹਾਰਾਜ ਨੂੰ ਮਿਲ ਕੇ ਮਨੁੱਖ ਜਿਹੜਾ ਪਰਮਾਤਮਾ ਦੇ ਗੁਣ ਗਾਉਂਦਾ ਹੈ, ਕਿਉਂਕਿ ਗੁਣ ਗਾਉਣ ਵਾਲੇ ਕੋਲ ਜਾਵਾਂਗੇ ਤਾਂ ਆਪਾਂ ਵੀ ਗੁਣ ਗਾਵਾਂਗੇ। ਉਹ ਕਿਉਂਕਿ ਗੁਣ ਗਾਉਣ ਵਾਲੇ ਨੇ ਕਹਿੰਦੇ ਭਾਈ ਗੁਣ ਗਾਇਆ ਕਰੋ। ਜਿਹੜਾ ਕੋਈ ਬਾਣੀ ਪੜ੍ਹਨ ਦਾ ਸ਼ੌਕੀਨ ਹੈ, ਭਾਈ ਬਾਣੀ ਪੜ੍ਹਿਆ ਕਰੋ। ਕੋਈ ਸਿਮਰਨ ਕਰਨ ਦਾ ਸ਼ੌਕੀਨ ਹੈ, ਉਹਦੇ ਕੋਲ ਜਾ ਭਾਈ ਸਿਮਰਨ ਕਰਿਆ ਕਰੋ। ਕੋਈ ਅੰਮ੍ਰਿਤ ਵੇਲੇ ਉੱਠਣ ਦਾ ਸ਼ੌਕੀਨ ਹੈ ਕਿ ਭਾਈ ਅੰਮ੍ਰਿਤ ਵੇਲੇ ਉੱਠਿਆ ਕਰੋ। ਸੋ ਜਿਹੋ ਜਿਹੇ ਦੇ ਕੋਲ ਜਾਵਾਂਗੇ ਅਸੀਂ ਵੀ ਉਹੇ ਜਿਹੇ ਕੰਮ ਕਰਨ ਲੱਗ ਜਾਣੇ। ਅਤੇ ਗੁਰੂ ਮਹਾਰਾਜ ਤਾਂ ਹਮੇਸ਼ਾ ਹੀ ਪਰਮਾਤਮਾ ਦੇ ਗੁਣ ਗਾਉਣੇ ਨੇ। ਇਸ ਲਈ ਜਦੋਂ ਫਿਰ ਗੁਰੂ ਕੋਲ ਮਨੁੱਖ ਜਾਂਦਾ ਹੈ, ਉਹ ਵੀ ਗੁਣ ਗਾਉਣ ਲੱਗ ਜਾਂਦਾ ਹੈ। ਫਿਰ ਇਸ ਤਰ੍ਹਾਂ ਗੁਣ ਗਾਉਂਦਿਆਂ ਗਾਉਂਦਿਆਂ ਕੀ ਹੁੰਦਾ? ਪਾਰ ਬ੍ਰਹਮ ਕੀ ਦਰਗਾਹ ਗਵੇ। ਇਹ ਫਾਰਸੀ ਦਾ ਸ਼ਬਦ ਹੈ ਦਰਗਾਹ, ਫਾਰਸੀ ਦਾ ਸ਼ਬਦ ਹੈ ਦਰਗਾਹ। ਇਹ ਹਿੰਦੀ ਪੰਜਾਬੀ ਦਾ ਸ਼ਬਦ ਨਹੀਂ ਹੈ, ਪਰ ਇਹ ਪ੍ਰਚਲਿਤ ਇੰਨਾ ਹੈ ਕਿ ਹਿੰਦੀ ਵਾਲੇ ਵੀ ਇਸ ਨੂੰ ਬੋਲਦੇ ਨੇ, ਪੰਜਾਬੀ ਵਾਲੇ ਵੀ ਇਸ ਨੂੰ ਬੋਲਦੇ ਨੇ। ਇਹ ਪੀਰ ਦੀ ਦਰਗਾਹ ਹੈ ਜੀ। ਉਹ ਭਾਈ ਰੱਬ ਦੀ ਦਰਗਾਹ ਜਾ ਕੇ ਹਿਸਾਬ ਕਿਤਾਬ ਦੇਣਾ ਪੈਣਾ। ਹਮ ਕਹਿੰਦੇ ਆਪਾਂ ਗਵੇ ਹੁੰਦਾ ਜਾਣਨ। ਇਹੋ ਜਿਹਾ ਬੰਦਾ ਜਿਹੜੇ ਗੁਰੂ ਦੇ ਦਰਸ਼ਨ ਕਰਦਾ ਹੈ, ਗੁਰੂ ਦੇ ਚਰਨਾਂ ਨੂੰ ਸਪਰਸ਼ ਕਰਦਾ ਹੈ, ਗੁਰੂ ਮਹਾਰਾਜ ਨੂੰ ਮਿਲ ਕੇ ਪਰਮਾਤਮਾ ਦੇ ਗੁਣ ਗਾਉਂਦਾ ਹੈ, ਇਹੋ ਜਿਹਾ ਵਿਅਕਤੀ ਪਰਮਾਤਮਾ ਦੀ ਦਰਗਾਹ 'ਚ ਪਹੁੰਚ ਜਾਂਦਾ ਹੈ। ਸੁਣ ਕਰ ਬਚਨ ਕਰਨ ਅਗਾਨੇ। ਗੁਰੂ ਦੇ ਬਚਨ ਸੁਣ ਕਰ ਬਚਨ, ਗੁਰੂ ਮਹਾਰਾਜ ਦੇ ਬਚਨ ਸੁਣ ਕੇ। ਕਰਨ ਹਿੰਦੀ ਦਾ ਸ਼ਬਦ ਹੈ ਕੰਨ, ਅਗਾਨੇ ਹੁੰਦਾ ਰੱਜ ਜਾਣਾ। ਚਲੋ ਬਚਨ ਤਾਂ ਪੰਜਾਬੀ ਦਾ ਵੀ ਸ਼ਬਦ ਹੈ ਅਤੇ ਹਿੰਦੀ ਦਾ ਵੀ ਹੈ। ਕਰਨ ਹਿੰਦੀ ਦਾ ਸ਼ਬਦ ਹੈ, ਅਗਾਨੇ ਵੀ ਹਿੰਦੀ ਦਾ ਸ਼ਬਦ ਹੈ। ਇਹਨੂੰ ਅਘਾਨੇ ਨਹੀਂ ਪੜ੍ਹਨਾ, ਖਿਆਲ ਰੱਖਣਾ। ਇਹਨੂੰ ਅਘਾਨੇ ਨਹੀਂ ਪੜ੍ਹਨਾ, ਇਹ ਹਿੰਦੀ ਤਰ੍ਹਾਂ ਪੜ੍ਹਨਾ ਅਘਾਨੇ। ਜਿਵੇਂ ਭਰਾ ਸ਼ਬਦ ਹੈ, ਇਹ ਪੰਜਾਬੀ ਦਾ ਵੀ ਹੈ, ਹਿੰਦੀ ਦਾ ਵੀ ਹੈ। ਜਦੋਂ ਤਾਂ ਆਪਾਂ ਪੰਜਾਬੀ ਬੋਲਾਂਗੇ ਇਹ ਮੇਰਾ ਭਰਾ ਹੈ, ਹਿੰਦੀ 'ਚ ਕਹਾਂ ਇਹ ਮੇਰਾ ਭਰਾ ਹੈ। ਉਹਦੇ ਭਰਾ ਨਹੀਂ ਕਹਾਂ, ਕੀ ਹੈ ਭਰਾ, ਭਾਈ ਜਿਹਨੂੰ ਕਹਿੰਦੇ ਨੇ। ਇਸ ਤਰ੍ਹਾਂ ਨੂੰ ਬੋਲਣਾ ਅਘਾਨੇ। ਗੁਰੂ ਦੇ ਬਚਨ ਸੁਣ ਕੇ ਕੰਨ ਰੱਜ ਜਾਂਦੇ ਹਨ, ਕੰਨ ਸੰਤੁਸ਼ਟ ਹੋ ਜਾਂਦੇ ਨੇ। ਨਹੀਂ, ਕੰਨ ਹਰ ਵਕਤ ਹੀ ਕੁਝ ਸੁਣਨ ਨੂੰ ਕਰਦੇ ਰਹਿੰਦੇ ਨੇ। ਜਿੰਨੇ ਮਰਜ਼ੀ ਇਹਨੂੰ ਗੰਦੇ ਗੀਤ ਸੁਣਾਈ ਜਾਓ, ਰਾਈਦੇ ਨਹੀਂ ਹੈਗੇ।
ਪਰ ਜਦੋਂ ਇਹ ਗੁਰੂ ਦੇ ਬਚਨ ਸੁਣਦਾ, ਬਾਣੀ ਸੁਣਦਾ, ਨਾਮ ਸੁਣਦਾ, ਫਿਰ ਇਹਦੇ ਕੰਨ ਰੱਜ ਜਾਂਦੇ, ਸੰਤੁਸ਼ਟ ਹੋ ਜਾਂਦੇ। ਕਿਉਂ? ਉਹਨਾਂ ਨੂੰ ਖੁਰਾਕ ਮਿਲ ਗਈ ਹੈ। ਕੰਨਾਂ ਦੀ ਖੁਰਾਕ ਹੈ ਪਰਮਾਤਮਾ ਦਾ ਨਾਮ, ਉਹ ਖੁਰਾਕ ਹੈ ਉਹਨਾਂ ਦੀ। ਜੋ ਜਿਸ ਦੀ ਖੁਰਾਕ ਹੈ, ਅਗਰ ਉਹੀ ਉਸ ਨੂੰ ਮਿਲੇ ਤਾਂ ਉਹ ਰੱਜੇਗਾ। ਸਾਨੂੰ ਜਿਹੜਾ ਹੈ ਇਹ ਢਿੱਡ ਦੀ ਖੁਰਾਕ ਦਾ ਤਾਂ ਪਤਾ ਹੈ, ਪਰ ਅਸਲ 'ਚ ਉਹ ਵੀ ਨਹੀਂ ਪਤਾ। ਅਸੀਂ ਢਿੱਡ 'ਚ ਉਹੀ ਕੁਛ ਪਾਈ ਜਾਂਦੇ ਜੋ ਸਾਡਾ ਮਨ ਕਹਿੰਦਾ ਹੈ। ਅਸੀਂ ਕਦੇ ਸੋਚੇ ਹੀ ਨਹੀਂ ਵੀ ਜੋ ਅਸੀਂ ਖਾ ਰਹੇ ਹਾਂ ਕੀ ਇਹ ਸਾਡੇ ਸਰੀਰ ਲਈ ਠੀਕ ਹੈ। ਜਿਸ ਚੀਜ਼ ਨਾਲ ਅਸੀਂ ਢਿੱਡ ਭਰ ਰਹੇ ਹਾਂ ਕੀ ਇਹ ਚੀਜ਼ ਪੇਟ ਲਈ ਠੀਕ ਹੈ? ਉਹ ਤਾਂ ਵਿਚਾਰ ਹੀ ਕੋਈ ਨਹੀਂ ਕਰਦਾ। ਮਨ ਕਰ ਰਿਹਾ ਖਾਈ ਜਾਓ ਜੀ, ਸਮੋਸੇ ਮਿਲ ਗਏ ਸਮੋਸੇ ਖਾ ਲਓ, ਰਸਗੁੱਲੇ ਮਿਲ ਗਏ ਰਸਗੁੱਲੇ ਖਾ ਲਓ, ਗੁਲਾਬ ਜਾਮੁਨ ਮਿਲੀ ਗੁਲਾਬ ਜਾਮੁਨ ਖਾ ਲਓ, ਦਹੀਂ ਮਿਲ ਗਿਆ ਦਹੀਂ ਖਾ ਲਓ, ਉੱਤੋਂ ਖੀਰ ਮਿਲ ਗਈ ਖੀਰ ਖਾ ਲਓ। ਇਹ ਖਿਆਲ ਹੀ ਨਹੀਂ ਰੱਖਣਾ ਵੀ ਖੀਰ ਅਤੇ ਦਹੀਂ ਦਾ ਤਾਂ ਮੇਲ ਹੀ ਨਹੀਂ ਕੋਈ। ਜਿਵੇਂ ਦੁੱਧ ਅਤੇ ਲੱਸੀ ਦਾ ਕੀ ਮੇਲ ਹੈ? ਤੁਸੀਂ ਇੱਕ ਗਲਾਸ ਲੱਸੀ ਪੀ ਲਓ, ਨਾਲ ਇੱਕ ਗਲਾਸ ਦੁੱਧ ਪੀ ਲਓ। ਕਿਸੇ ਆਯੁਰਵੈਦਿਕ ਡਾਕਟਰ ਕੋਲ ਚਲੇ ਜਾਓ, ਜੀ ਮੈਂ ਲੱਸੀ ਦੇ ਨਾਲ ਦੁੱਧ ਪੀ ਸਕਦਾ? ਦੁੱਧ ਨਾਲ ਲੱਸੀ ਪੀ ਕੇ ਭਾਈ ਇਹਨਾਂ ਦਾ ਆਪਸ 'ਚ ਮੇਲ ਨਹੀਂ ਹੈ, ਫਟ ਜਾਏਗਾ। ਦੁੱਧ ਲੱਸੀ ਜਦੋਂ ਰਲਣਗੇ ਇਹ ਫਟ ਜਾਣਗੇ। ਨਾ ਸਾਨੂੰ ਪਤਾ ਹੋਣ ਕਾਰਨ ਕਿ ਕੀ ਖਾਣਾ ਚਾਹੀਦਾ, ਸਿਹਤ ਲਈ ਕੀ ਠੀਕ ਹੈ, ਇਹ ਪਤਾ ਨਹੀਂ ਹੈ। ਇਸ ਲਈ ਅਸੀਂ ਇੰਨੀਆਂ ਬਿਮਾਰੀਆਂ ਸਹੇੜ ਲਈਆਂ ਹਨ, ਬਿਮਾਰੀਆਂ ਸਹੇੜ ਲਈਆਂ। ਹੁਣ ਢਿੱਡ ਦੇਣੇ ਦਾ ਕਹਿਣਾ ਨਹੀਂ, ਵੱਧ ਤੋਂ ਵੱਧ ਉਲਟੀ ਕਰ ਦੇਗਾ ਵੀ ਨਹੀਂ ਹੋਏ ਮੈਨੂੰ ਨਹੀਂ ਚੀਜ਼ ਫਿੱਟ ਹੈ, ਉਲਟੀ ਕਰਦੇ ਸੀ। ਸੋ ਇਸ ਲਈ ਜਿਹੜਾ ਕੰਨ ਨੇ ਇਹ ਪਰਮਾਤਮਾ ਦੇ ਨਾਮ ਨਾਲ ਰੱਜਦੇ ਨੇ। ਗੁਰੂ ਦੇ ਬਚਨ ਸੁਣੇ ਕੰਨ ਰਾਜਾ ਗਿਆ। ਮਨ ਸੰਤੋਖ ਆਤਮ ਪਤੀਆਨੇ। ਗੁਰੂ ਮਹਾਰਾਜ ਦੇ ਬਚਨ ਸੁਣ ਕੇ ਮਨ ਨੂੰ ਸੰਤੋਖ ਆ ਗਿਆ, ਕਿਉਂਕਿ ਮਨ ਦੀ ਖੁਰਾਕ ਨਾਮ ਬਾਣੀ ਸੀ, ਉਹਨੂੰ ਖੁਰਾਕ ਮਿਲ ਗਈ ਹੈ। ਅਸੀਂ ਸਰੀਰ ਨੂੰ ਤਾਂ ਸਾਰਾ ਦਿਨ ਖੁਆਉਂਦੇ ਰਹਿੰਦੇ ਹਾਂ, ਮਨ ਨੂੰ ਕਦੇ ਕੋਈ ਦਿੱਤਾ ਹੀ ਨਹੀਂ। ਉਹ ਫਿਰ ਕੀ ਕਰਦਾ? ਜਿਵੇਂ ਤੁਹਾਡੇ ਦੋ ਬੱਚੇ ਹੋਣ, ਇੱਕ ਨੂੰ ਤੁਸੀਂ ਬਹੁਤ ਖਾਣ ਪੀਣ ਨੂੰ ਦੇਵੋ, ਦੂਜੇ ਨੂੰ ਨਾ ਦਿਓ, ਫਿਰ ਉਹ ਕੀ ਕਰੇਗਾ? ਤੁਹਾਡੇ ਵਿਰੁੱਧ ਲਾਲ ਝੰਡੇ ਚੱਕੂਗਾ। ਹਰਾ ਭਰਾ ਕੋਈ ਨਹੀਂ ਚੱਕਣਾ, ਲਾਲ ਝੰਡੇ ਚੱਕੇਗਾ, ਜਿੰਦਾਬਾਦ ਮੁਰਦਾਬਾਦ ਫਿਰ ਹੋਏਗਾ। ਵੀ ਹੈ ਤੁਸੀਂ ਇੱਕ ਮੁੰਡੇ ਦਾ ਖਿਆਲ, ਮੇਰਾ ਨਹੀਂ ਖਿਆਲ ਰੱਖਦੇ ਹਾਂ। ਮਨ ਕਹਿੰਦਾ ਅੱਛਾ ਤੁਸੀਂ ਢਿੱਡ ਨੂੰ ਤਾਂ ਸਾਰਾ ਕੁਛ ਦੇਈ ਜਾਂਦੇ ਹੋ, ਮੇਰੀ ਖੁਰਾਕ ਮੈਨੂੰ ਦਿੰਦੇ ਨਹੀਂ, ਇਸ ਲਈ ਮਨ ਅਪਸੈਟ ਰਹਿੰਦਾ ਹੈ। ਉਹ ਜਦੋਂ ਮਨ ਅਪਸੈਟ ਹੈ ਤਾਂ ਫਿਰ ਤੁਸੀਂ ਵੀ ਅਪਸੈਟ ਹੋ। ਹੁਣ ਧਾਰਮਿਕ ਬੰਦੇ ਤੋਂ ਬਿਨਾਂ ਬਾਕੀਆਂ ਦਾ ਇਹੀ ਨਹੀਂ ਪਤਾ ਵੀ ਮਨ ਦੀ ਖੁਰਾਕ ਕੀ ਹੈ। ਸਰੀਰ ਦੀ ਖੁਰਾਕ ਦਾ ਤਾਂ ਪਤਾ ਹੈ, ਰੋਟੀ ਜੀ, ਪਾਣੀ ਜੀ, ਦੁੱਧ ਜੀ, ਦਹੀਂ ਜੀ, ਆਹ ਕੁਝ ਜੀ। ਸਰੀਰ ਦੀ ਖੁਰਾਕ ਦਾ ਤਾਂ ਤੁਹਾਨੂੰ ਪਤਾ ਹੈ, ਭਾਵੇਂ ਸਹੀ ਖੁਰਾਕ ਦਾ ਨਹੀਂ ਪਤਾ, ਪਰ ਢਿੱਡ ਨੂੰ ਭਰਨ ਦਾ ਤਾਂ ਪਤਾ ਵੀ ਇਹ ਐਂ ਭਰ ਸਕਦਾ ਹੈ। ਮਨ ਦੀ ਖੁਰਾਕ ਦਾ ਤਾਂ ਪਤਾ ਹੀ ਨਹੀਂ ਲੋਕਾਂ ਨੂੰ ਕਿ ਮਨ ਦੀ ਕੀ ਖੁਰਾਕ ਹੈ। ਮਨ ਦੀ ਖੁਰਾਕ ਹੈ ਭਜਨ ਬੰਦਗੀ। ਸਰੀਰ ਨੂੰ ਦਿਓ ਰੋਟੀ ਪਾਣੀ, ਇਹੋ ਜਿਹੀਆਂ ਚੀਜ਼ਾਂ, ਸਰੀਰ ਸੰਤੁਸ਼ਟ। ਮਨ ਨੂੰ ਦਿਓ ਭਜਨ ਬੰਦੀ ਦੀ ਖੁਰਾਕ, ਮਨ ਸੰਤੁਸ਼ਟ। ਜਦੋਂ ਮਨ ਸੰਤੁਸ਼ਟ ਅਤੇ ਸਰੀਰ ਸੰਤੁਸ਼ਟ, ਸਮਝੋ ਤੁਸੀਂ ਪੂਰੀ ਤਰ੍ਹਾਂ ਸੰਤੁਸ਼ਟ। ਪਰ ਬੇਅੰਤ ਲੋਕ ਸਿਰਫ ਸਰੀਰ ਨੂੰ ਖਾਣ ਪੀਣ ਨੂੰ ਦਿੰਦੇ ਨੇ, ਮਨ ਦੀ ਖੁਰਾਕ ਦਾ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ। ਅਤੇ ਜੇ ਪਤਾ ਹੈ ਤਾਂ ਖੁਰਾਕ ਦਿੰਦੇ ਨਹੀਂ ਹੈਗੇ, ਭਜਨ ਬੰਦਗੀ ਕਰਦੇ ਨਹੀਂ, ਇਸ ਲਈ ਮਨ ਅਸ਼ਾਂਤ ਰਹਿੰਦਾ ਹੈ। ਅਸ਼ਾਂਤ ਮਨ ਫਿਰ ਸਰੀਰ ਨੂੰ ਵੀ ਅਸ਼ਾਂਤ ਕਰਦਾ ਹੈ। ਇਸ ਲਈ ਆਪ ਜੀ ਨੂੰ ਬੇਨਤੀ ਹੈ, ਜੇ ਤੁਸੀਂ ਚਾਹੁੰਦੇ ਕਿ ਤੁਸੀਂ ਮਨ ਕਰਕੇ ਅਤੇ ਤਨ ਕਰਕੇ ਸੰਤੁਸ਼ਟ ਹੋਵੋ, ਤਾਂ ਤਨ ਦੀ ਖੁਰਾਕ ਤੁਹਾਨੂੰ ਪਤਾ ਹੈ ਅਤੇ ਮਨ ਦੀ ਖੁਰਾਕ ਹੈ ਬਾਣੀ ਪੜ੍ਹੋ, ਨਾਮ ਜਪੋ। ਇਹ ਮਨ ਦੀ ਖੁਰਾਕ ਹੈ।
ਜਦੋਂ ਤਨ ਅਤੇ ਮਨ ਦੋਨੋਂ ਰੱਜ ਜਾਣਗੇ ਬਸ ਫਿਰ ਮੌਜਾਂ ਨੇ। ਮਨ ਸੰਤੋਖ, ਗੁਰੂ ਦੇ ਬਚਨ ਸੁਣ ਕੇ ਜਿੱਥੇ ਕੰਨ ਰੱਜ ਗਏ ਨਾ ਉੱਥੇ ਮਨ ਨੂੰ ਵੀ ਸੰਤੋਖ ਆ ਜਾਂਦਾ, ਸਬਰ ਸੰਤੋਖ ਆ ਜਾਂਦਾ। ਆਤਮ ਪਤੀਆਂ ਨੇ, ਜਿਹੜੀ ਆਤਮਾ ਹੈ ਉਹ ਖੁਸ਼ ਹੋ ਜਾਂਦੀ ਹੈ। ਪਤਿਆਉਣਾ ਹੁੰਦਾ ਕਿਸੇ ਨੂੰ ਖੁਸ਼ ਕਰਨਾ। ਕੋਈ ਰੁੱਸ ਗਿਆ ਹੈ, ਮਾਂ ਨੂੰ ਪਤਿਆਉਂਦੀ ਹੈ, ਆਹ ਖਾ ਲੈ, ਆਹ ਲੈ ਲੈ, ਚਲੋ ਦੇਖਿਆ ਹੁਣ ਖੁਸ਼ ਹੋ ਗਿਆ, ਬਸ ਠੀਕ ਹੈ। ਇਸ ਤਰ੍ਹਾਂ ਮਨ ਜਿਹੜਾ ਹੈ ਉਹ ਸਬਰ ਸੰਤੋਖ ਨੂੰ, ਆਤਮਾ ਜਿਹੜੀ ਹੈ ਪਤੀਜ ਜਾਂਦੀ ਹੈ, ਪ੍ਰਸੰਨ ਹੋ ਜਾਂਦੀ ਹੈ। ਪੂਰਾ ਗੁਰ ਅਖਿਓ, ਇਹ ਪੜ੍ਹਨਾ ਅਖਿਓ, ਅਖਿਓ ਨਹੀਂ ਪੜ੍ਹਨਾ। ਖਿਓ ਹੁੰਦਾ ਨਾਸ ਹੋਣਾ। ਇਹ ਹਿੰਦੀ ਦਾ ਸ਼ਬਦ ਹੈ ਕਿਸ਼ੈ, ਕਿਸ਼ੈ ਤੋਂ ਬਣੇ ਖਿਓ, ਉੱਥੋਂ ਬਣੇ ਉਹਦਾ ਵਿਰੋਧੀ ਸ਼ਬਦ ਹੈ ਅਖਿਓ, ਜਿਹੜਾ ਨਾਸ਼ ਨਾ ਹੋਵੇ। ਪੂਰਾ ਗੁਰ ਅਖਿਓ ਜਾ ਕਾ ਮੰਤਰ, ਪੂਰੇ ਗੁਰੂ ਦਾ ਜਿਹੜਾ ਮੰਤਰ ਹੈ, ਉਪਦੇਸ਼ ਹੈ, ਉਹ ਵੀ ਨਾਸ਼ ਨਹੀਂ ਹੁੰਦਾ, ਉਹ ਵੀ ਸਦਾ ਰਹਿਣ ਵਾਲਾ ਹੁੰਦਾ। ਜਿਵੇਂ ਗੁਰੂ ਸਦਾ ਰਹਿਣ ਵਾਲਾ ਹੁੰਦਾ। ਸਰੀਰ ਕਰਕੇ ਦੇਖੋ ਹਰ ਇੱਕ ਨੇ ਜਾਣਾ ਹੈ, ਪਰ ਗੁਰੂ ਮਹਾਰਾਜ ਜਿਹੜੇ ਨੇ ਬ੍ਰਹਮ ਗਿਆਨੀ ਹੋਣ ਕਰਕੇ ਬ੍ਰਹਮ ਦੇ ਵਿੱਚ ਲੀਨ ਹੁੰਦੇ ਨੇ। ਅਤੇ ਜਿਵੇਂ ਬ੍ਰਹਮ ਪਰਮਾਤਮਾ ਸਾਰੀਆਂ ਥਾਵਾਂ 'ਤੇ ਹੈ, ਇਸ ਤਰ੍ਹਾਂ ਗੁਰੂ ਬ੍ਰਹਮ ਗਿਆਨੀ ਹੋਣ ਕਰਕੇ ਸਾਰੀਆਂ ਥਾਵਾਂ 'ਤੇ ਹੁੰਦਾ, ਉਹ ਵੀ ਸਰਬ ਵਿਆਪਕ ਹੁੰਦਾ। ਇਸ ਲਈ ਗੁਰੂ ਵੀ ਪੂਰਾ, ਅਤੇ ਉਹ ਜਿਹੜਾ ਮੰਤਰ ਹੈ ਅਖਿਓ, ਬੋਲੋ ਖਿਓ, ਖਿਓ, ਅਖਿਓ, ਖਿਓ, ਅਖਿਓ। ਖਿਓ ਹੁੰਦਾ ਜਿਹੜਾ ਨਾਸ਼ ਹੋ ਜਾਏ, ਅਖਿਓ ਜਿਹੜਾ ਨਾਸ਼ ਨਾ ਹੋਵੇ। ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਗੁਰੂ ਮਹਾਰਾਜ ਜਿਸ 'ਤੇ ਅੰਮ੍ਰਿਤ ਦ੍ਰਿਸ਼ਟੀ ਨਾਲ ਵੇਖਦੇ ਨੇ, ਕਿਰਪਾ ਦ੍ਰਿਸ਼ਟੀ ਨਾਲ ਜਿਹਦੇ ਵੱਲ ਵੇਖਦੇ ਨੇ, ਉਹ ਸੰਤ ਹੋ ਜਾਂਦਾ, ਉਹ ਸੰਤ ਹੋ ਜਾਂਦਾ ਹੈ। ਗੁਰੂ ਮਹਾਰਾਜ ਦੇ ਬਸ ਕਿਰਪਾ ਦ੍ਰਿਸ਼ਟੀ ਨਾਲ ਵੇਖਣਾ ਹੀ ਹੈ। ਚੋਰ, ਠੱਗ, ਬਦਮਾਸ਼, ਲੁਟੇਰੇ ਸਭ ਜਿਹੜੇ ਭਜਨ ਬੰਦਗੀ ਕਰ ਲੈਂਦੇ ਨੇ ਬੁਰਾਈ ਛੱਡ ਕੇ, ਕਿਉਂਕਿ ਗੁਰੂ ਦੇ ਕੋਲ ਨਾਮ ਸ਼ਕਤੀ ਹੀ ਇਤਨੀ ਹੁੰਦੀ ਹੈ ਕਿ ਉਹ ਨਾਮ ਸ਼ਕਤੀ ਦੇ ਨਾਲ ਉਸ ਮਨੁੱਖ ਦੇ ਵਿਚਾਰਾਂ ਨੂੰ ਬਦਲ ਦਿੰਦੇ ਨੇ। ਅਤੇ ਗੱਲ ਤੇ ਵਿਚਾਰ ਬਦਲਦੀ ਹੀ ਹੈ। ਪਹਿਲਾਂ ਡਾਕੂ ਵਾਲੇ ਵਿਚਾਰ ਨੇ, ਫਿਰ ਸਾਧੂ ਵਾਲੇ ਹੋ ਗਏ। ਬਸ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਇਸ ਲਈ ਗੁਰੂ ਮਹਾਰਾਜ ਅੰਮ੍ਰਿਤ ਦ੍ਰਿਸ਼ਟੀ ਨਾਲ ਜਿਸ ਵੱਲ ਵੇਖਦੇ ਹਨ ਉਹੀ ਸੰਤ ਹੋ ਜਾਂਦਾ ਹੈ। ਗੁਣ ਬੇਅੰਤ ਕੀਮਤ ਨਹੀਂ ਪਾਏ। ਗੁਰੂ ਦੇ ਇੰਨੇ ਗੁਣ ਨੇ ਕਿ ਕੋਈ ਕੀਮਤ ਹੀ ਨਹੀਂ ਪਾ ਸਕਦਾ, ਕੋਈ ਉਹਨਾਂ ਦੀ ਗਿਣਤੀ ਨਹੀਂ ਕਰ ਸਕਦਾ, ਉਹਨਾਂ ਦੀ ਕੋਈ ਮਹਾਨਤਾ ਨਹੀਂ ਦੱਸ ਸਕਦਾ। ਨਾਨਕ ਜਿਸ ਭਾਵੈ ਤਿਸ ਲਏ ਮਿਲਾਏ। ਹੁਣ ਗੁਰੂ ਮਹਾਰਾਜ ਦੀ ਮਰਜ਼ੀ ਹੈ, ਜਿਸ ਨੂੰ ਉਹ ਚਾਹੁਣ ਉਸ ਨੂੰ ਆਪਣੇ ਨਾਲ ਮਿਲਾ ਲੈਂਦੇ ਹਨ। ਜਿਸ ਨੂੰ ਭਾਵੈ, ਜਿਸ ਨੂੰ ਗੁਰੂ ਜਿਸ ਨੂੰ ਚਾਹੇ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਜਿਹਬਾ ਏਕ ਉਸਤਤ ਅਨੇਕ। ਜੀਵ ਤੀਕੇ ਪਰ ਪਰਮਾਤਮਾ ਦੇ ਗੁਣ ਬੇਅੰਤ ਨੇ। ਤਾਂ ਹੀ ਜਪਜੀ ਸਾਹਿਬ ਇੱਕ ਦੂ ਜੀਬੋ ਲੱਖ ਹੋਵੇਂ, ਲੱਖ ਹੋਵੇਂ ਲੱਖ 20, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਕਹਿ ਜੇ ਇੱਕ ਜੀਵ ਤੋਂ ਲੱਖ ਜੀਵ ਹੋ ਜਾਣ, ਲੱਖ ਤੋਂ 20 ਲੱਖ ਹੋ ਜਾਣ, ਹਰ ਇੱਕ ਜੀਵ ਦੇ ਨਾਲ ਵਾਰੀ ਵਾਰੀ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ। ਇੱਕ ਅੱਧੇ ਜੀਵ ਨਾਲ ਨਹੀਂ। ਕਹਦੇ ਇੱਕ ਜੀਵ ਤੋਂ ਜੇ ਲੱਖ ਜੀਵ ਹੋ ਜਾਏ, ਲੱਖ ਤੋਂ 20 ਲੱਖ ਹੋ ਜਾਏ, 20 ਲੱਖ ਜੀਵਾਂ ਨਾਲ ਵਾਰੀ ਵਾਰੀ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ। ਇਸ ਲਈ ਜਿਹਬਾ ਏਕ ਜੀਵ ਤੀਕੇ ਉਸਤਤ ਅਨੇਕ, ਪਰ ਵਡਿਆਈਆਂ ਬਹੁਤ ਹਨ।
ਵਡਿਆਈਆਂ ਬਹੁਤ ਨੇ ਪਰਮਾਤਮਾ ਦੀਆਂ, ਇੱਕ ਜੀਵ ਨਾਲ ਵਡਿਆਈਆਂ ਕੀਤੀਆਂ ਨਹੀਂ ਜਾ ਸਕਦੀਆਂ। ਹਿੰਦੂ ਧਰਮ ਅਨੁਸਾਰ ਵਿਸ਼ਨੂੰ ਮਹਾਰਾਜ ਸ਼ੇਸ਼ ਨਾਗ ਦੀ ਸਵਾਰੀ ਕਰਦੇ ਨੇ। ਕਹਿੰਦੇ ਸ਼ੇਸ਼ ਨਾਗ ਦੀ 1000 ਜੀਵ ਹੈ ਅਤੇ ਉਹ 1000 ਜੀਵ ਨਾਲ ਪਰਮਾਤਮਾ ਦੇ ਨਵੇਂ ਨਵੇਂ ਨਾਮ ਲੈ ਲੈ ਕੇ ਉਹਦੇ ਗੁਣ ਗਾ ਰਿਹਾ, ਅਜੇ ਤੱਕ ਕਦੇ ਮੁੱਕੇ ਨਹੀਂ ਹੈਗੇ। ਭਾਵ ਬੇਅੰਤ ਨੇ। ਜੀਵ ਇੱਕ ਹੈ ਸਾਡੇ, ਪਰਮਾਤਮਾ ਦੇ ਗੁਣ ਅਨੇਕ ਨੇ। ਸਤਿਪੁਰਖ ਪੂਰਨ ਵਿਵੇਕ, ਪਰਮਾਤਮਾ ਸਤਿਪੁਰਖ ਹੈ ਜਿਹੜਾ ਸਦਾ ਰਹਿਣ ਵਾਲਾ ਹੈ। ਸਤ ਜੋ ਸਦੀਵੀ ਹੈ। ਅਸੀਂ ਜੰਮਣਾ ਮਰਨਾ ਹੈ, ਅਸੀਂ ਆਉਣਾ ਜਾਣਾ ਹੈ। ਪਰਮਾਤਮਾ ਸਦਾ ਹੀ ਹੈ, ਜੋ ਸਦਾ ਰਹੇ ਉਹਨੂੰ ਕਹਿੰਦੇ ਨੇ ਸਤ। ਪੁਰਖ ਉਹ ਹੁੰਦਾ ਜਿਹੜਾ ਸਾਰਿਆਂ ਦੇ ਵਿੱਚ ਬਿਰਾਜਮਾਨ ਹੋਵੇ। ਹੁਣ ਪਰਮਾਤਮਾ ਨੇ ਜੋ ਕੁਝ ਵੀ ਬਣਾਇਆ ਹੈ ਉਹਦੇ ਵਿੱਚ ਆਪ ਬੈਠਾ। ਕੀੜੀ ਬਣਾਈ ਹੈ, ਕੀੜੀ ਦੇ ਵਿੱਚ ਵੀ ਬੈਠਾ। ਹਾਥੀ ਬਣਾਇਆ, ਹਾਥੀ 'ਚ ਵੀ ਬੈਠਾ। ਬੰਦਾ ਬਣਾਇਆ, ਬੰਦੇ 'ਚ ਬੈਠਾ। ਦਰਖਤ ਬਣਾਇਆ, ਦਰਖਤ ਦੇ ਵਿੱਚ ਵੀ ਬੈਠਾ। ਦਰਖਤ ਦੇ ਵਿੱਚ ਹੀ ਬੈਠਾ, ਕਿਉਂਕਿ ਕਣ ਕਣ ਮੇਂ ਭਗਵਾਨ। ਪਰਮਾਤਮਾ ਹਰ ਇੱਕ ਚੀਜ਼ ਦੇ ਵਿੱਚ ਹੈ। ਕੋਈ ਐਸੀ ਥਾਂ ਨਹੀਂ, ਕੋਈ ਐਸੀ ਚੀਜ਼ ਨਹੀਂ ਜਿਸ ਦੇ ਵਿੱਚ ਪਰਮਾਤਮਾ ਨਹੀਂ ਹੈ। ਸੋ ਉਹ ਸਤਿਪੁਰਖ ਹੈ, ਪੂਰਨ ਵਿਵੇਕ, ਉਹ ਗਿਆਨਵਾਨ ਹੈ। ਉਹ ਸਤਿਪੁਰਖ ਹੈ, ਉਹ ਪੂਰਨ ਹੈ। ਵਿਵੇਕ ਹੁੰਦਾ ਜਿਹੜਾ ਗਿਆਨਵਾਨ ਹੋਵੇ। ਵਿਵੇਕ ਬੁੱਧ ਉਹ ਬੁੱਧ ਹੁੰਦੀ ਹੈ ਜਿਹੜੀ ਰੱਬੀ ਮੱਤ ਹੁੰਦੀ ਹੈ, ਉਹਨੂੰ ਵਿਵੇਕ ਬੁੱਧ ਕਹਿੰਦੇ ਨੇ। ਸਾਡੀ ਮੱਤ ਤਾਂ ਆਪਣੀ ਹੈ ਨਾ। ਸਾਡੀ ਮੱਤ ਨੂੰ ਇਸ ਲਈ ਮਨ ਮੱਤ ਕਿਹਾ ਗਿਆ। ਸਾਡੀ ਮੱਤ ਨੂੰ ਕੀ ਕਹਿੰਦੇ ਨੇ? ਮਨ ਮੱਤ। ਸਾਡੀ ਮੱਤ ਮਨ ਦੇ ਮਗਰ ਲੱਗੀ ਹੋਈ ਹੈ। ਸਮੱਸਿਆ ਇਹ ਹੈ, ਮਨ ਨੂੰ ਮੱਤ ਦੇ ਮਗਰ ਲੱਗਣਾ ਚਾਹੀਦਾ ਸੀ। ਜੇ ਮੱਤ ਦੇ ਮਗਰ ਮਨ ਲੱਗਦਾ ਤੇ ਗਲਤ ਕੰਮ ਹੁੰਦਾ ਹੀ ਨਾ। ਮਨ ਹੈਗਾ ਖੋਟਾ, ਮੱਤ ਉਹਦੇ ਮਗਰ ਲੱਗ ਗਈ ਹੈ। ਹੁਣ ਖੋਟੇ ਬੰਦੇ ਦੇ ਖੋਟੇ ਹੀ ਕੰਮ ਕਰਨ, ਇਸ ਲਈ ਕਹਿੰਦੇ ਨੇ ਮਨ ਮੱਤ। ਇੱਕ ਹੁੰਦੀ ਗੁਰ ਮੱਤ, ਗੁਰੂ ਦੀ ਮੱਤ ਜਾਂ ਰੱਬੀ ਮੱਤ, ਇੱਕੋ ਹੀ ਗੱਲ ਹੈ। ਉਹਨੂੰ ਕਹਿੰਦੇ ਵਿਵੇਕ ਬੁੱਧ। ਸੋ ਸਤਿਪੁਰਖ ਪੂਰਨ ਵਿਵੇਕ, ਜਿਹੜਾ ਪਰਮਾਤਮਾ ਹੈ ਉਹ ਜਿਹੜਾ ਪੂਰਨ ਵਿਵੇਕੀ ਹੈ, ਗਿਆਨਵਾਨ ਹੈ। ਕਾਹੂ, ਇਹਨੂੰ ਕਾਹੂ ਨਹੀਂ ਪੜ੍ਹਨਾ, ਇਹ ਹਿੰਦੀ ਦਾ ਸ਼ਬਦ ਹੈ। ਬਸ ਅੱਗੇ ਬੋਲਦੇ, ਇੱਕ ਨੇ ਬੋਲਤਾ ਕਾਹੂ, ਦੂਜੇ ਨੇ ਬੋਲਤਾ ਕਾਹੂ, ਤੀਜੇ ਨੇ ਬੋਲਤਾ ਕਾਹੂ, ਮੇਰੇ ਵਰਗੇ ਨੇ ਸੰਥਿਆ ਦੇ ਬੋਲਦੇ ਕਿਤਾ ਕਾਹੂ, ਅੱਗੇ ਵਿਦਿਆਰਥੀ ਵੀ ਕਾਹੂ ਲੱਗੇ ਬੋਲਣ। ਉਹਨਾਂ ਦਾ ਕਸੂਰ ਕੋਈ ਨਹੀਂ। ਮੈਂ ਤੁਹਾਨੂੰ ਇੱਕ ਵਾਰੀ ਉਦਾਹਰਣ ਵੀ ਦਿੱਤੀ, ਵਿਦਿਆਰਥੀ ਦਾ ਕਸੂਰ ਨਹੀਂ। ਮੈਂ 7ਵੀਂ 'ਚ ਪੜ੍ਹਦਾ, ਜਿਹੜਾ ਟੀਚਰ ਸਾਨੂੰ ਇੰਗਲਿਸ਼ ਪੜ੍ਹਾਉਂਦਾ ਸੀ ਉਹਨੇ ਬਲੈਕ ਬੋਰਡ 'ਤੇ ਲਿਖਿਆ ਬਫੈਲੋ ਦੇ ਸਪੈਲਿੰਗ ਲਿਖੇ, ਅੱਗੇ ਉਹ ਲਿਖਿਆ ਉਚਾਰਨ ਬਫੈਲੋ, ਅੱਗੇ ਅਰਥ ਲਿਖਿਆ ਮੱਝ। ਅਸੀਂ ਲਿਖ ਲਿਆ, ਬਫੈਲੋ ਦੇ ਸਪੈਲਿੰਗ ਲਿਖ ਲਏ, ਅੱਗੇ ਬਫੈਲੋ ਪੰਜਾਬੀ 'ਚ ਲਿਖ ਲਿਆ, ਅੱਗੇ ਦਾ ਤਾਂ ਮੱਝ ਲਿਖ ਲਿਆ। ਅਗਲੇ ਦਿਨ ਕੁਦਰਤੀ ਸਾਡਾ ਟੀਚਰ ਛੁੱਟੀ 'ਤੇ ਸੀ, ਦੂਜੇ ਸੈਕਸ਼ਨ ਦਾ ਟੀਚਰ ਸਾਨੂੰ ਪੜ੍ਹਾਉਣ ਆ ਗਿਆ। ਉਹ ਕਹਿੰਦਾ ਲਿਖੋ ਬਈ ਬਫਲੋ, ਸਪੈਲਿੰਗ ਉਹੀ ਸਨ। ਪਹਿਲੇ ਟੀਚਰ ਲਿਖਾਇਆ ਸੀ ਬਫੈਲੋ, ਉਹ ਕਹਿੰਦਾ ਲਿਖੋ ਬਫਲੋ, ਅੱਗੇ ਅਰਥ ਉਹਨੇ ਮਾਝੀ ਲਿਖਾਏ। ਮੇਰਾ ਭਰਾ ਟੀਚਰ ਲੱਗਾ ਸੀ, ਭਾਵੇਂ ਪੰਜਾਬੀ ਟੀਚਰ ਸਨ। ਮੈਂ ਉਹਨਾਂ ਨੂੰ ਪੁੱਛਿਆ ਵੀ ਜਿਹੜਾ ਸਾਨੂੰ ਟੀਚਰ ਅੰਗਰੇਜ਼ੀ ਪੜ੍ਹਾਉਂਦਾ ਉਹਨੇ ਕਿਹਾ ਬਫੈਲੋ ਮੈਨੇ ਮੱਝ, ਅੱਜ ਜਿਸੇ ਟੀਚਰ ਨੇ ਪੜ੍ਹਾਈ ਹੈ ਉਹ ਕਹਿੰਦਾ ਬਫਲੋ ਮੈਨੇ ਮੱਝ। ਉਹ ਕਹਿੰਦਾ ਦੇਖ, ਜੇ ਮੈਂ ਤੈਨੂੰ ਕਿਹਾ ਤਾਂ ਵੀ ਤੇਰੀ ਤਸੱਲੀ ਨਹੀਂ ਹੋਣੀ। ਡਿਕਸ਼ਨਰੀ ਨੂੰ ਕੋਈ ਚੈਲੰਜ ਨਹੀਂ ਕਰਿਆ ਕਰਦਾ। ਆਪਣੇ ਕੋਲ ਡਿਕਸ਼ਨਰੀ ਹੈ, ਉੱਥੋਂ ਆਪਾਂ ਵੇਖ ਲੈਂਦੇ ਇਹਦਾ ਕੀ ਉਚਾਰਨ। ਡਿਕਸ਼ਨਰੀ ਵੇਖੀ, ਉਸ ਲਿਖਿਆ ਬਫਲੋ,
ਕਹਿੰਦੇ ਕਾਕਾ ਅਸਲ ਇਹਦਾ ਉਚਾਰਨ ਬਫਲੋ ਹੈ। ਮੈਂ ਫਿਰ ਉਹਨਾਂ ਨੇ ਕਿਉਂ ਬਫੈਲੋ ਕਿਹਾ? ਕਹਿੰਦੇ ਦੇਖ ਹੁਣ ਮੰਨ ਲਓ ਦੂਜਾ ਟੀਚਰ ਨਾ ਆਉਂਦਾ ਅਤੇ ਤੁਸੀਂ ਤਾਂ ਅੱਗੇ ਵੀ ਬਫੈਲੋ ਹੀ ਪੜ੍ਹਾਈ ਜਾਣਾ ਸੀ ਨਾ ਸਾਰੀ ਉਮਰ, ਕਿਉਂਕਿ ਤੁਹਾਡੇ ਟੀਚਰ ਨੇ ਬਫੈਲੋ ਕਿਹਾ, ਤੁਸੀਂ ਵੀ ਅੱਗੇ ਬਫੈਲੋ ਪੜ੍ਹਾਈ ਜਾਣਾ ਸੀ। ਹੁਣ ਦੂਜਾ ਟੀਚਰ ਆ ਗਿਆ, ਉਹਨੇ ਬਫਲੋ ਕਿਹਾ, ਜਿਹੜਾ ਉਹਦੇ ਤੋਂ ਪੜ੍ਹੂਗਾ ਉਹ ਅੱਗੇ ਬਫਲੋ ਪੜ੍ਹਾਏਗਾ। ਆਹੀ ਗੱਲ ਹੈ, ਹੋਰ ਕੋਈ ਗੱਲ ਨਹੀਂ। ਗੱਲ ਠੀਕ ਗਲਤ ਦੀ ਨਹੀਂ, ਗੱਲ ਤਾਂ ਜਿਵੇਂ ਕਿਸੇ ਨੂੰ ਪੜ੍ਹਾਤਾ ਅੱਗੇ ਅੱਗੇ ਉਹ ਉਸੇ ਤਰ੍ਹਾਂ ਪੜ੍ਹੀ ਗਿਆ। ਹੁਣ ਜਿਹੜਾ ਸੰਥਿਆ ਦੇਣ ਵਾਲਾ ਪੜ੍ਹਾ ਦੇਗਾ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਅੱਗੇ ਸੰਥਿਆ ਲੈਣ ਵਾਲੇ ਕਹੀ ਜਾਣਗੇ ਕਾਹੂ। ਪਰ ਜੇ ਕਿਤੇ ਉਹ ਡਿਕਸ਼ਨਰੀ ਵੇਖ ਲਏ ਫਿਰ ਉਹਨੂੰ ਪਤਾ ਲੱਗੂਗਾ ਉਹ ਇਹ ਤਾਂ ਹਿੰਦੀ ਦਾ ਸ਼ਬਦ ਹੈ, ਅਤੇ ਹਿੰਦੀ 'ਚ ਇਹਦਾ ਉਚਾਰਨ ਹੈ ਕਾਹੂ। ਕਾਹੂ ਮੈਨੇ ਕਿਸੇ ਕਿਸੇ ਵੀ, ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਕਿਸੇ ਬੋਲ ਨਾਲ ਵੀ ਪ੍ਰਾਣੀ ਪਰਮਾਤਮਾ ਤੱਕ ਨਹੀਂ ਪਹੁੰਚ ਸਕਦਾ। ਉਹ ਆਪਣੇ ਕਿਸੇ ਵੀ ਬੋਲ ਨਾਲ ਪਰਮਾਤਮਾ ਤੱਕ ਨਹੀਂ ਪਹੁੰਚਦਾ। ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਅਗੰਮ ਅਗੋਚਰ ਪ੍ਰਭ ਨਿਰਵਾਣੀ। ਕਿਉਂਕਿ ਪਰਮਾਤਮਾ ਤੇ ਅਗੰਮ ਹੈ। ਬਹੁਤ ਪਾਠੀ ਇਸ ਨੂੰ ਕਹਿੰਦੇ ਅਗਮ ਅਗੋਚਰ। 99% ਇਸ ਨੂੰ ਪੜ੍ਹਦੇ ਨੇ ਅਗਮ ਅਗੋਚਰ। ਕਈ ਵਾਰੀ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਸ਼ਬਦ ਕਿਸ ਭਾਸ਼ਾ ਦਾ ਹੈ। ਆਪਾਂ ਆੜਾ ਗੱਗਾ ਮੰਮਾ ਲਿਖਿਆ, ਪੰਜਾਬੀ ਤਰ੍ਹਾਂ ਪੜ੍ਹਦਾ ਅਗਮ। ਇਹ ਸੰਸਕ੍ਰਿਤ ਦਾ ਸ਼ਬਦ ਹੈ। ਸੰਸਕ੍ਰਿਤ ਇਹਦਾ ਉਚਾਰਨ ਹੈ ਅਗੰਮ, ਗੱਗੇ 'ਤੇ ਟਿੱਪੀ ਲਾ ਕੇ। ਸੰਸਕ੍ਰਿਤ ਦਾ ਸ਼ਬਦ ਹੈ ਗਮਯ। ਸੰਸਕ੍ਰਿਤ ਦਾ ਸ਼ਬਦ ਹੈ ਗਮਯ, ਪਹੁੰਚਣਾ। ਗਮਯ ਤੋਂ ਛੋਟਾ ਬਣਾਇਆ ਗਮ, ਅਤੇ ਆੜਾ ਲਾ ਕੇ ਉਹਦਾ ਵਿਰੋਧੀ ਸ਼ਬਦ ਬਣਾਤਾ ਹੈ ਅਗੰਮ। ਖਿਆਲ ਰੱਖਣਾ, ਇਸ ਨੂੰ ਅਗਮ ਨਹੀਂ ਪੜ੍ਹਨਾ, ਉਹਨੂੰ ਕਾਹੂ ਨਹੀਂ ਪੜ੍ਹਨਾ, ਉਹ ਕਾਹੂ ਹੈ। ਕਾਹੂ ਮੈਨੇ ਕਿਸੇ ਵੀ, ਕੋਈ ਵੀ। ਅਗੰਮ ਹੁੰਦਾ ਜਿਹਦੇ ਤੱਕ ਇੰਦਰੀਆਂ ਦੀ ਪਹੁੰਚ ਨਾ ਹੋਵੇ। ਪਰਮਾਤਮਾ ਅਗੰਮ ਹੈ, ਸਾਡੀਆਂ ਇੰਦਰੀਆਂ ਦੀ ਉਹਦੇ ਤੱਕ ਪਹੁੰਚ ਨਹੀਂ ਹੈ। ਅਗੋਚਰ, ਗੋਚਰ ਹੁੰਦਾ ਪਕੜਨਾ। ਅਗੋਚਰ ਜਿਹੜਾ ਸਾਡੀਆਂ ਇੰਦਰੀਆਂ ਦੀ ਪਕੜ ਵਿੱਚ ਨਹੀਂ ਹੈ। ਸਾਡੀਆਂ ਇੰਦਰੀਆਂ ਪਰਮਾਤਮਾ ਨੂੰ ਪਕੜ ਨਹੀਂ ਸਕਦੀਆਂ। ਸਾਡੀਆਂ ਇੰਦਰੀਆਂ ਪਰਮਾਤਮਾ ਤੱਕ ਪਹੁੰਚ ਨਹੀਂ ਸਕਦੀਆਂ। ਪਰਮਾਤਮਾ ਇੱਕ ਤੇ ਅਗੰਮ ਹੈ, ਇੱਕ ਉਹ ਅਗੋਚਰ ਹੈ, ਤੀਸਰਾ ਨਿਰਬਾਣੀ ਹੈ। ਨਿਰਬਾਣੀ ਹੁੰਦਾ ਜਿਹਦੀ ਕੋਈ ਇੱਛਾ ਨਾ ਹੋਵੇ, ਉਹ ਇੱਛਾ ਰਹਿਤ ਹੈ। ਪਰਮਾਤਮਾ ਇੱਛਾ ਰਹਿਤ ਹੈ। ਬੋਧੀ ਅਤੇ ਜੈਨੀ ਨਿਰਵਾਣ ਪਦਵੀ ਕਹਿੰਦੇ ਨੇ, ਭਾਵ ਮੁਕਤ ਅਵਸਥਾ। ਉਹ ਕਹਿੰਦੇ ਨਿਰਵਾਣ ਪਦਵੀ ਉਦੋਂ ਪ੍ਰਾਪਤ ਹੁੰਦੀ ਹੈ ਜਦੋਂ ਸਾਡੇ ਅੰਦਰ ਕੋਈ ਇੱਛਾ ਹੀ ਨਾ ਰਹੇ। ਜਿਹੜੀਆਂ ਸਾਡੀਆਂ ਇੱਛਾਵਾਂ ਨੇ ਇਹੀ ਸਾਨੂੰ ਦੁਬਾਰਾ ਜਨਮ ਦਿਲਾਉਂਦੀਆਂ। ਯਾਦ ਰੱਖਣਾ, ਇੱਛਾ ਕਾਰਨ ਹੀ ਜਨਮ ਲੈਣਾ ਪੈਂਦਾ ਹੈ। ਜੇ ਇੱਛਾ ਹੀ ਕੋਈ ਨਹੀਂ, ਜਨਮ ਨਹੀਂ ਹੋ ਸਕਦਾ। ਇੱਛਾ ਹੀ ਦੁਬਾਰਾ ਜਨਮ। ਨਿਰਵਾਣ ਹੁੰਦਾ ਇੱਛਾ ਰਹਿਤ, ਇੱਛਾ ਹੀ ਕੋਈ ਨਹੀਂ। ਜਿਵੇਂ ਦਸਮ ਪਾਤਸ਼ਾਹ ਹਜ਼ੂਰ ਸਾਹਿਬ ਗਏ, ਉਹਦਾ ਨੰਦੇੜ ਕਹਿੰਦੇ ਸੀ, ਮਹਾਰਾਸ਼ਟਰ 'ਚ। ਉੱਥੇ ਬੰਦਾ ਬਹਾਦਰ ਜਿਹੜਾ ਪਹਿਲਾਂ ਸਾਧੂ ਸੀ, ਮਾਧੋ ਦਾਸ, ਉਹਦੇ ਨਾਲ ਮੇਲ ਹੋ ਗਿਆ। ਮਾਧੋ ਦਾਸ ਨਾਲ ਗੱਲਾਂ ਬਾਤਾਂ ਕਰਦੇ। ਸਹਿਜ ਸਭਾ ਦਸਵੇਂ ਪਾਤਸ਼ਾਹ ਕਹਿੰਦੇ, ਮਾਧੋ ਦਾਸ ਤੇਰੇ ਗੁਰੂ ਦਾ ਕੀ ਨਾਮ ਸੀ? ਉਹ ਕਹਿੰਦਾ ਜੀ ਔਗੜਨਾਥ। ਮੇਰੇ ਗੁਰੂ ਦਾ ਨਾਮ ਸੀ ਔਗੜਨਾਥ। ਅੱਛਾ, ਕਹਿੰਦੇ ਵੀ ਤੇਰਾ ਗੁਰੂ ਕਿੱਥੇ ਹੋਵੇਗਾ ਇਸ ਵੇਲੇ? ਕਿਹਾ ਜੀ ਬਹੁਤ ਤਪੱਸਿਆ ਕਰਦੇ ਸਨ। ਜੇ ਪਰਮਾਤਮਾ ਤੱਕ ਨਹੀਂ ਪਹੁੰਚੇ ਤਾਂ ਜ਼ਰੂਰ ਸਵਰਗ ਵਿੱਚ ਹੋਣਗੇ। ਦਸਮ ਪਾਤਸ਼ਾਹ ਕਹਿੰਦੇ ਤੇਰਾ ਗੁਰੂ ਨਾ ਕੋਈ ਸਵਰਗ 'ਚ ਨਹੀਂ ਹੈ। ਕਿਹਾ ਜੀ ਹੋਰ ਕਿੱਥੇ ਆ ਉਹ? ਕਹਿੰਦੇ ਸਾਹਮਣੇ ਬੇਲ ਦਾ ਦਰਖਤ ਹੈ ਨਾ, ਉਹ ਬੇਲ ਲਟਕ ਰਿਹਾ ਨਾ। ਕਹਿੰਦਾ ਹਾਂਜੀ। ਕਹਿੰਦਾ ਉਹਦੇ ਵਿੱਚ ਤੇਰਾ ਗੁਰੂ ਕੀੜਾ ਬਣਿਆ ਹੋਇਆ ਹੈ। ਉਹ 'ਤੇ ਹੱਕਾ ਬੱਕਾ ਰਹਿ ਗਿਆ।
ਜੇ ਕਿਤੇ ਮੇਰੇ ਵਰਗਾ ਕਹਿ ਦੇਣਾ ਉਹਨੇ ਕੁੱਟ ਕੇ ਮੈਨੂੰ ਮਾਰ ਦੇਣਾ ਸੀ। ਤੂੰ ਮੇਰੇ ਗੁਰੂ ਨੂੰ ਅੱਛਾ ਕੀੜਾ ਕਹਿਣਾ। ਉਹ ਤਾਂ ਅੱਗੇ ਦਸਮ ਪਾਤਸ਼ਾਹ ਸਨ। ਕਹਿੰਦਾ ਜੀ ਵੀ ਮੇਰੀ ਤਸੱਲੀ ਕਿਵੇਂ ਹੋਵੇ ਵੀ ਮੇਰਾ ਗੁਰੂ ਬਿਲ ਦਾ ਕੀੜਾ ਹੈ। ਗੁਰੂ ਨੇ ਤੀਰ ਮਾਰਿਆ, ਬਿਲ ਟੁੱਟ ਕੇ ਠੜਕ ਪਿਆ। ਕਿ ਚੱਕ ਕੇ ਲਿਆ ਮਾਧੋ ਦਾਸ। ਚੱਕ ਲਿਆ, ਗੁਰੂ ਮਾਂ ਵਿੱਚੋਂ ਤੀਰ ਕੱਢ ਲਿਆ, ਉਹ ਵਿੱਚ ਖੋਲ ਹੋ ਗਿਆ ਨਾ। ਕਹਿੰਦੇ ਮਾਧੋ ਦਾਸ ਵੇਖ ਜੀ। ਕਹਿ ਜੀ ਕੀੜਾ ਦਿਸ ਰਿਹਾ। ਕਹਿੰਦੇ ਇਹੀ ਤੇਰਾ ਗੁਰੂ ਹੈ। ਕਹਿ ਜੀ ਮੇਰੀ ਕਿਵੇਂ ਤਸੱਲੀ ਹੈ ਇਹ ਮੇਰਾ ਗੁਰੂ ਹੈ। ਗੁਰੂ ਨੇ ਉਹੀ ਤੀਰ ਮਾਧੋ ਦਾਸ ਦੇ ਸਿਰ 'ਤੇ ਰੱਖਤਾ। ਉਹਦੀ ਦਿਵ ਦ੍ਰਿਸ਼ਟੀ ਖੁੱਲ੍ਹ ਗਈ। ਜਦ ਦਿਵ ਦ੍ਰਿਸ਼ਟੀ ਖੁੱਲ੍ਹ ਲਈ ਕੀ ਵੇਖਦਾ ਵੀ ਹਾਂ ਇਹ ਤਾਂ ਮੇਰਾ ਗੁਰੂ ਹੈ। ਕਹਿੰਦਾ ਹਾਂ ਜੀ ਇਹ ਤਾਂ ਮੇਰਾ ਗੁਰੂ ਹੈ। ਗੁਰੂ ਮਹਾਰਾਜ ਉਹਨੂੰ ਪੁੱਛ ਵੀ ਤੂੰ ਕੀੜਾ ਕਿਉਂ ਬਣਿਆ? ਤੂੰ ਤਾਂ ਇੰਨੀ ਤਪੱਸਿਆ ਕਰਦਾ ਸੀ। ਉਹ ਕਹਿੰਦਾ ਮਾਧੋ ਦਾਸ ਜਦੋਂ ਮੈਂ ਮਰਨ ਲੱਗਾ ਨਾ, ਜਿੱਥੇ ਤੁਸੀਂ ਖੜ੍ਹੇ ਹੋ ਇੱਥੇ ਤੂੰ ਮੇਰੀ ਮੰਜੀ ਡਾਹੀ ਸੀ ਅਤੇ ਬਿਲ ਦੇ ਦਰਖਤ ਵੱਲ ਸੀ ਪੁਆਂਦੀ। ਮੇਰੇ ਮਰਨ ਵੇਲੇ ਖਿਆਲ ਆਇਆ ਬਈ ਮਾਧੋ ਦਾਸ ਨਾ ਔਗੜਨਾਥ ਬਈ ਤੂੰ ਕਦੇ ਬਿਲ ਹੀ ਨਹੀਂ ਖਾਧਾ। ਇੰਨੇ ਹੀ ਮੈਂ ਕਿਹਾ ਅਤੇ ਮਰ ਗਿਆ। ਉਦੋਂ ਦਾ ਮੈਂ ਬਿਲ ਦਾ ਕੀੜਾ ਬਣ ਕੇ ਬਿਲ ਖਾ ਰਿਹਾ ਹਾਂ। ਹੁਣ ਗੁਰੂ ਮਹਾਰਾਜ ਮੇਰੇ ਵੱਲੋਂ ਬੇਨਤੀ ਕਰ ਵੀ ਮੇਰੀ ਉਹ ਮੁਕਤੀ ਕਰਨ। ਗੁਰੂ ਮਹਾਰਾਜ ਨੇ ਫਿਰ ਉਸ ਕੀੜੇ ਦੀ ਭਾਵ ਔਗੜਨਾਥ ਦੀ ਮੁਕਤੀ ਕਰਕੇ ਫਿਰ ਉਹਨੂੰ ਸਵਰਗਨ ਭੇਜਤਾ। ਇੱਛਾ ਰਹਿ ਗਈ। ਦੇਖੋ ਇੰਨੀ ਤਪੱਸਿਆ ਕਰਨ ਦੇ ਬਾਵਜੂਦ ਇੱਛਾ ਰਹਿ ਗਈ ਕਿ ਕਦੇ ਬਿਲ ਹੀ ਨਹੀਂ ਖਾ ਕੇ ਦੇਖਿਆ। ਪਰਮਾਤਮਾ ਕੋਈ ਨਹੀਂ ਤੈਨੂੰ ਖਵਾ ਦਿੰਦੇ ਫਿਰ। ਇਹ ਨਾ ਬੰਦਾ ਬਣਾ ਕੇ ਸਾਨੂੰ ਖਵਾਊਗਾ, ਇਹ ਨਹੀਂ ਸੋਚਣਾ ਉਹ ਕਿਸੇ ਰੂਪ 'ਚ ਵੀ ਖਵਾ ਸਕਦਾ। ਚਲੋ ਬੰਦਾ ਬਣਾਉਣ ਦਾ ਅਤੇ ਖਵਾਉਣ ਦਾ ਫਿਰ ਕੋਈ ਇੰਨਾ ਕੋਈ ਅਫਸੋਸ ਨਹੀਂ ਸੀ ਹੋਣਾ। ਉਹ ਤਾਂ ਕੀੜਾ ਬਣਾਉਂਦਾ ਵੀ ਖਾਈ ਜਾ। ਇਸ ਲਈ ਨਿਰਵਾਣ ਪਦ ਉਹ ਹੁੰਦਾ ਜਿੱਥੇ ਇੱਛਾ ਹੀ ਕੋਈ ਨਾ ਹੋਵੇ। ਇੱਛਾ ਰਹਿਤ ਮਨੁੱਖ ਹੋ ਜਾਏ, ਸਮਝੋ ਉਹ ਮੁਕਤ ਹੋ ਗਿਆ। ਹੁਣ ਉਹ ਸੱਚਖੰਡ ਨੂੰ ਜਾਏਗਾ। ਆਪਾਂ ਸਿਰਫ ਇੰਨਾ ਕਹਿ ਦਿੰਦੇ ਗਤੀ ਹੋ ਗਈ ਜਾਂ ਮੁਕਤੀ ਹੋ ਗਈ। ਬੋਧੀ ਅਤੇ ਜੈਨੀ ਉਸ ਅਵਸਥਾ ਨੂੰ ਮੁਕਤ ਅਵਸਥਾ ਨੂੰ ਨਿਰਵਾਣ ਪਦ। ਪਰਮਾਤਮਾ ਹੈਗਾ ਨਿਰਵਾਣ। ਉਹਦੀ ਸਾਡੇ ਅੱਗੇ ਕੋਈ ਇੱਛਾ ਨਹੀਂ ਹੈਗੀ। ਉਹ ਨਿਰਵਾਣੀ ਹੈ, ਅਗੋਚਰ ਹੈ। ਉਹ ਸਾਡੀਆਂ ਇੰਦਰੀਆਂ ਦੀ ਪਕੜ 'ਚ ਨਹੀਂ ਆਉਂਦਾ। ਅਗੰਮ ਹੈ। ਸਾਡੀਆਂ ਇੰਦਰੀਆਂ ਉਹਦੇ ਤੱਕ ਨਹੀਂ ਪਹੁੰਚ ਸਕਦੀਆਂ। ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਅਤੇ ਪ੍ਰਾਣੀ ਦਾ ਕੋਈ ਬੋਲ ਵੀ ਪਰਮਾਤਮਾ ਤੱਕ ਨਹੀਂ ਪਹੁੰਚਦਾ। ਨਿਰਾਹਾਰ ਨਿਰਵੈਰ ਸੁਖਦਾਈ। ਪਰਮਾਤਮਾ ਨਿਰਾਹਾਰ ਦੋ ਸ਼ਬਦਾਂ ਤੋਂ ਬਣੇ। ਨਿਰ ਆਹਾਰ, ਆਹਾਰ ਦਾ ਭੋਜਨ। ਜਿਹੜਾ ਭੋਜਨ ਨਾ ਖਾਵੇ, ਸਾਨੂੰ ਤਾਂ ਭੋਜਨ ਦੀ ਲੋੜ ਹੈ ਨਾ। ਪਰਮਾਤਮਾ ਕੀ ਹੈ? ਨਿਰਾਹਾਰ ਹੈ। ਨਿਰਵੈਰ, ਉਹਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ। ਸੁਖਦਾਈ, ਉਹ ਤਾਂ ਸੁਖ ਦੇਣ ਵਾਲਾ ਹੈ। ਉਸ ਤਾਂ ਕਿੰਨੇ ਲੋਕਾਂ ਨੂੰ ਦੁੱਖ ਵੀ ਦਿੰਦੇ ਆ। ਪਰਮਾਤਮਾ ਕਿਸੇ ਨੂੰ ਦੁੱਖ ਨਹੀਂ ਦਿੰਦਾ। ਉਹ ਤਾਂ ਸੁੱਖ ਹੀ ਸੁੱਖ ਦਿੰਦਾ। ਤੁਸੀਂ ਕਹੋ ਜੀ ਜਿਹੜੇ ਫਿਰ ਸਾਡੇ ਕਰਮਾਂ 'ਚ ਦੁੱਖ ਆ ਰਹੇ ਜ਼ਿੰਦਗੀ 'ਚ, ਇਹ ਤਾਂ ਕਹਿੰਦੇ ਆਪਣੇ ਕਰਮਾਂ ਦੇ ਨੇ। ਇਹ ਤਾਂ ਤੁਹਾਡੇ ਕਰਮਾਂ ਦੇ ਨੇ। ਮਾੜੇ ਕੰਮ ਕੀਤੇ ਹੁਣ ਭੋਗੀ ਜਾਓ ਉਹਨਾਂ ਨੂੰ, ਕਿਉਂਕਿ ਭੋਗੇ ਬਿਨ ਭਾਗੈ ਨਹੀਂ ਕਰਮ ਗਤੀ ਬਲਵਾਨ। ਤੁਲਸੀਦਾਸ ਜੀ ਕਹਿੰਦੇ, ਰਮਾਇਣ 'ਚ ਲਿਖਿਆ ਹੈ। ਸੋ ਇਸ ਲਈ ਪਰਮਾਤਮਾ ਜਿਹੜਾ ਹੈ ਨਿਰਾਹਾਰ ਹੈ, ਉਹ ਨਿਰਵੈਰ ਹੈ, ਉਹ ਸੁਖਦਾਈ ਹੈ, ਉਹ ਨਿਰਵਾਣੀ ਇੱਛਾ ਰਹਿਤ ਹੈ, ਉਹ ਅਗੋਚਰ, ਉਹ ਇੰਦਰੀ ਦੀ ਪਕੜ ਤੋਂ ਉੱਪਰ ਹੈ, ਅਗੰਮ ਹੈ, ਉਹ ਇੰਦਰ ਦੀ ਪਹੁੰਚ ਤੋਂ ਪਰਾਂ ਹੈ। ਤਾਂ ਕਿ ਕੀਮਤ ਕਿਨੇ ਨਾ ਪਾਈ। ਪਰਮਾਤਮਾ ਦੀ ਕੀਮਤ, ਉਹਦੇ ਗੁਣਾਂ ਦੀ ਕੀਮਤ ਕੋਈ ਪਾ ਹੀ ਨਹੀਂ ਸਕਿਆ। ਉਹਦੇ ਗੁਣਾਂ ਦੀ ਕੀਮਤ ਅੱਜ ਤੱਕ ਨਹੀਂ ਕੋਈ ਪਾ ਸਕਿਆ। ਅਨੇਕ ਭਗਤ ਬੰਧਨ ਨਿਤ ਕਰੈ। ਉਹਨੇ ਕੋਈ ਭਗਤ ਨੇ ਬੰਧਨ ਨਮਸਕਾਰ ਜਿਹਨੂੰ ਕਹਿੰਦੇ। ਧਿਆਨ ਦੇਣਾ, ਇਹ ਸ਼ਬਦ ਨਮਸਕਾਰ ਨਹੀਂ ਹੈ। ਕਈਆਂ ਨੂੰ ਮੈਂ ਨਾ ਨਮਸਕਾਰ ਬੋਲਦੇ ਸੁਣੇ। ਨਮਸਕਾਰ ਸੰਸਕ੍ਰਿਤ ਦਾ ਸ਼ਬਦ ਹੈ, ਜਿਹਨੂੰ ਨਮਸਤੇ ਵੀ ਕਹਿੰਦੇ ਨੇ, ਜਿਹਨੂੰ ਦਸਮ ਪਾਤਸ਼ਾਹ ਨਮਸਤੰਗ ਵੀ ਕਿਹਾ। ਦਸਮ ਪਾਤਸ਼ਾਹ ਨੇ ਨਮਸਤੰਗ ਲਿਖਿਆ ਨਾ,
ਨਮਸਤੇ ਦਾ ਮਤਲਬ ਨਮਸਤੇ, ਨਮਸਕਾਰ। ਨਮਸਕਾਰ ਨੰਨਾ ਮੰਮਾ ਸੱਸਾ ਕੱਕੇ ਨੂੰ ਕੰਨਾ ਰਾਰਾ, ਨਮਸਕਾਰ ਸੰਸਕ੍ਰਿਤ ਦਾ ਸ਼ਬਦ ਹੈ, ਉਹ ਤੋਂ ਹਿੰਦੀ 'ਚ ਵੀ ਨਮਸਕਾਰ ਆ ਗਿਆ। ਅਤੇ ਕਈ ਲੋਕ ਪੰਜਾਬੀ ਵਾਲੇ ਵੀ ਇਹਨੂੰ ਨਮਸਕਾਰ ਦੀ ਥਾਂ 'ਤੇ ਨਮਸ਼ਕਾਰ ਬੋਲਦੇ ਨੇ। ਬੋਲਣਾ ਨਮਸਕਾਰ, ਬਿਨਾਂ ਬਿੰਦੀ ਤੋਂ ਬੋਲਣਾ। ਅਨੇਕ ਭਗਤ ਬੰਧਨ ਨਿਤ ਕਰੇ, ਅਨੇਕਾਂ ਭਗਤ ਨਿਤ ਹੁੰਦਾ ਹਮੇਸ਼ਾ। ਨਿਤ ਇਹਨੂੰ ਹਰ ਰੋਜ਼ ਨਹੀਂ ਸਮਝਣਾ। ਇੱਕ ਸ਼ਬਦ ਹੈ ਨਿਤ, ਇੱਕ ਹੁੰਦਾ ਅਨਿਤ। ਨਿਤ ਹੁੰਦਾ ਹਮੇਸ਼ਾ, ਅਨਿਤ ਹੁੰਦਾ ਜਿਹਨੇ ਹਮੇਸ਼ਾ ਨਹੀਂ ਰਹਿਣਾ। ਆਪਾਂ ਅਨਿਤ ਹਾਂ, ਪਰਮਾਤਮਾ ਨਿਤ ਹੈ। ਪਰਮਾਤਮਾ ਸਦਾ ਰਹਿਣ ਵਾਲਾ ਹੈ, ਆਪਾਂ ਅਨਿਤ ਹਾਂ, ਆਪਾਂ ਸਦਾ ਨਹੀਂ ਰਹਿਣਾ। ਅਨੇਕਾਂ ਭਗਤ ਨੇ ਜਿਹੜੇ ਹਮੇਸ਼ਾ ਪਰਮਾਤਮਾ ਨੂੰ ਨਮਸਕਾਰ ਕਰਦੇ ਹਨ। ਇੰਨੇ ਵੀ ਅੱਡ-ਅੱਡ ਧਰਮਾਂ 'ਚ ਅੱਡ-ਅੱਡ ਹੈ। ਆਪਾਂ ਗੋਡੇ ਟੇਕ ਕੇ ਮੱਥਾ ਟੇਕਦੇ, ਨਮਸਕਾਰ ਹੈ। ਕਈ ਡੰਡੌਤ ਕਦੇ ਲੰਮੇ ਪੈ ਕੇ ਮੱਥਾ ਟੇਕਦੇ ਨੇ, ਡੰਡੌਤ ਹੈ। ਦੋਨੋਂ ਹੀ ਸਿੱਖ ਧਰਮ 'ਚ ਪ੍ਰਵਾਨ ਨੇ, ਕਿਉਂਕਿ ਗੁਰਬਾਣੀ ਨੇ ਕਰ ਡੰਡੌਤ ਪੁੰਨ ਵੱਡਾ ਹੈ। ਡੰਡੌਤ ਨੂੰ ਵੀ ਵੱਡਾ ਪੁੰਨ ਗਿਣਿਆ ਗਿਆ ਹੈ। ਸੋ ਅਨੇਕਾਂ ਭਗਤ ਨੇ ਜਿਹੜੇ ਹਮੇਸ਼ਾ ਪਰਮਾਤਮਾ ਨੂੰ ਨਮਸਕਾਰ ਕਰਦੇ ਹਨ। ਚਰਨ ਕਮਲ ਹਿਰਦੈ ਸਿਮਰੈ, ਉਹ ਪਰਮਾਤਮਾ ਦੇ ਚਰਨ ਕਮਲਾਂ ਨੂੰ ਹਿਰਦੇ 'ਚ ਯਾਦ ਕਰਦੇ ਰਹਿੰਦੇ ਨੇ। ਹੁਣ ਇੱਥੇ ਚਰਨ ਕਮਲ ਤੋਂ ਕੀ ਭਾਵ ਹੈ? ਰੱਬ ਦੇ ਪੈਰ ਨਹੀਂ ਹੁੰਦੇ, ਭਾਵ ਉਹਦਾ ਨਾਮ, ਪਰਮਾਤਮਾ ਦਾ ਨਾਮ। ਜਿਹੜੇ ਭਗਤ ਨੇ ਨਾ ਹਿਰਦੇ 'ਚ ਸਿਮਰਦੇ ਰਹਿੰਦੇ, ਨਾਮ ਜਪਦੇ ਰਹਿੰਦੇ ਨੇ, ਜਪਦੇ ਰਹਿੰਦੇ ਨੇ, ਮੁਖ ਕਰਕੇ ਵੀ, ਮਨ ਕਰਕੇ ਵੀ। ਕਈ ਵਾਰੀ ਸਾਡਾ ਮੁਖ ਤੇ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਹੁੰਦਾ ਹੈ, ਮਨ ਕਿਤੇ ਬਾਜ਼ਾਰ 'ਚ ਫਿਰਿਆ ਹੁੰਦਾ ਹੈ, ਹੋਰ ਕੋਈ ਕੰਮ ਕਰ ਰਿਹਾ ਹੁੰਦਾ, ਮਨ ਹਾਜ਼ਰ ਨਹੀਂ ਹੁੰਦਾ। ਮਨ ਦੀ ਗੈਰ ਹਾਜ਼ਰੀ 'ਚ ਜਿਹੜੀ ਵੀ ਭਜਨ ਬੰਦਗੀ ਕੀਤੀ ਜਾਂਦੀ ਹੈ ਉਹ ਪ੍ਰਵਾਨ ਨਹੀਂ ਹੁੰਦੀ। ਕਰਮ ਉਹੀ ਪ੍ਰਵਾਨ ਹੁੰਦਾ। ਧਿਆਨ ਦਿਓ, ਜਦੋਂ ਤੁਸੀਂ ਮਾੜਾ ਕੰਮ ਕਰਨਾ ਹੁੰਦਾ ਉਦੋਂ ਮਨ ਹਾਜ਼ਰ ਹੁੰਦਾ, ਕੋਈ ਵੇਖ ਨਾ ਲਏ ਫਲਾਂ ਬੱਚੇ, ਮਨ ਐਨ ਪੂਰਾ ਸਾਵਧਾਨ ਹੁੰਦਾ। ਜਦੋਂ ਪੁੰਨ ਕਰਮ ਕਰਨਾ ਹੁੰਦਾ ਕੋਈ ਸਾਵਧਾਨ ਨਹੀਂ ਹੁੰਦਾ। ਜਦ ਤੁਸੀਂ ਮਾੜਾ ਕੰਮ ਕਰਨਾ ਹੈ ਮਨ ਸਾਵਧਾਨ ਹੈ, ਭਜਨ ਬੰਦਗੀ ਕਰਨੀ ਮਨ ਕਿਤੇ ਫਿਰ ਰਿਹਾ, ਕੋਈ ਕਿਤੇ ਗਿਆ, ਕਦੇ ਕਿਤੇ ਗਿਆ। ਇਸ ਲਈ ਜਿਹੜਾ ਬੁਰਾ ਕੰਮ ਹੈ ਉਹਦਾ ਫਲ ਵੱਧ ਜਾਂਦਾ, ਕਿਉਂਕਿ ਉਹ ਮਨ ਦੀ ਹਾਜ਼ਰੀ 'ਚ ਕੀਤਾ ਗਿਆ। ਪੁੰਨ ਕਰਮ ਕੀਤਾ, ਗੈਰ ਹਾਜ਼ਰੀ ਕੀਤਾ, ਤਾਂ ਉਹਦਾ ਫਲ ਥੋੜ੍ਹਾ ਮਿਲਦਾ। ਬੁਰੇ ਕੰਮ ਦੀ ਸਜ਼ਾ ਇਸੇ ਲਈ ਜ਼ਿਆਦਾ ਮਿਲਦੀ ਹੈ ਕਿ ਜਦੋਂ ਵੀ ਮਨੁੱਖ ਬੁਰਾ ਕੰਮ ਕਰਦਾ ਉਹਦਾ ਮਨ ਉਹਦੇ ਵਿੱਚ ਹਾਜ਼ਰ ਹੁੰਦਾ। ਜਦੋਂ ਸ਼ੁਭ ਕਰਮ ਕਰਦਾ ਹੈ ਮਨ ਬਹੁਤ ਘੱਟ ਹਾਜ਼ਰ ਹੁੰਦਾ, ਇਸ ਲਈ ਉਹਨੂੰ ਸ਼ੁਭ ਕਰਮ ਦਾ ਫਲ ਘੱਟ ਮਿਲਦਾ। ਆਹ ਗੱਲ ਹੈ। ਇਹੀ ਕਾਰਨ ਹੈ ਕਿ ਸਾਡੀ ਜ਼ਿੰਦਗੀ ਦੁੱਖ ਬਹੁਤੇ ਨੇ, ਸੁੱਖ ਘੱਟ ਨੇ, ਕਿਉਂਕਿ ਅਸੀਂ ਭਜਨ ਬੰਦਗੀ ਚੱਜ ਨਾ ਕੀਤੀ ਹੋਈ, ਨਾ ਮਨ ਲਾ ਕੇ ਕੀਤੀ, ਨਾ ਉਹਦਾ ਫਲ ਥੋੜ੍ਹਾ ਮਿਲਿਆ। ਜਿਹੜਾ ਮਾੜਾ ਕੰਮ ਕੀਤਾ ਉਹ ਮਨ ਦੀ ਹਾਜ਼ਰੀ 'ਚ ਕੀਤਾ, ਇਸ ਲਈ ਬੁਰਾਈ ਦਾ ਫਲ ਜ਼ਿਆਦਾ ਮਿਲ ਗਿਆ। ਇਸ ਲਈ ਜਿਹੜੇ ਭਗਤ ਨੇ ਚਰਨ ਕਮਲ ਹਿਰਦੈ ਸਿਮਰੈ, ਹਿਰਦੈ ਦਾ ਮਤਲਬ ਹਿਰਦੇ ਵਿੱਚ, ਮਨ ਵਿੱਚ, ਉਹ ਪਰਮਾਤਮਾ ਦੇ ਚਰਨ ਕਮਲ ਪਾ ਪਰਮਾਤਮਾ ਦੇ ਨਾਮ ਨੂੰ ਹਿਰਦੇ 'ਚ ਯਾਦ ਕਰਦੇ ਰਹਿੰਦੇ ਨੇ, ਕਰਦੇ ਰਹਿੰਦੇ ਨੇ, ਕਰਦੇ ਰਹਿੰਦੇ ਨੇ। ਸਦ ਬਲਿਹਾਰੀ ਸਤਿਗੁਰ ਆਪਣੇ, ਕਹਿੰਦੇ ਆਪਣੇ ਗੁਰੂ ਤੋਂ ਸਦਾ ਹੀ ਬਲਿਹਾਰ ਜਾਣਾ ਚਾਹੀਦਾ। ਗੁਰੂ ਤੋਂ ਹਮੇਸ਼ਾ ਹੀ ਬਲਿਹਾਰ ਜਾਣਾ ਚਾਹੀਦਾ, ਕਿਉਂਕਿ ਇੰਨੇ ਗੁਣ ਗੁਰੂ ਦੇ ਦੱਸੇ ਹੋਏ। ਸਦ ਬਲਿਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ। ਜਿਸ ਗੁਰੂ ਦੀ ਕਿਰਪਾ ਨਾਲ ਪ੍ਰਸਾਦ, ਇਹਦੇ ਦੋ ਸਪੈਲਿੰਗ ਨੇ, ਪੱਪੇ ਦੇ ਪੈਰ 'ਚ ਰਾਰਾ, ਸੱਸੇ ਨੂੰ ਕੰਨਾ, ਦੱਦੇ ਨੂੰ ਔਂਕੜ। ਪ੍ਰਸਾਦ ਕਿਰਪਾ, ਦੱਦੇ ਨੂੰ ਸਿਹਾਰੀ ਲੱਗ ਗਈ ਹੈ, ਹੁਣ ਅਰਥ ਹੋ ਗਿਆ ਕਿਰਪਾ ਨਾਲ। ਜਿਸ ਪ੍ਰਸਾਦ, ਜਿਸ ਦੀ ਕਿਰਪਾ ਨਾਲ ਐਸਾ ਪ੍ਰਭ ਜਪਨੇ।
ਆ ਜਿੰਨੇ ਪਰਮਾਤਮਾ ਉੱਤੇ ਗੁਣ ਦੱਸੇ ਨੇ ਵੀ ਇਹੋ ਜਿਹੇ ਪਰਮਾਤਮਾ ਦਾ ਜਾਪ ਗੁਰੂ ਦੀ ਕਿਰਪਾ ਨਾਲ ਹੁੰਦਾ ਹੈ। ਇਸ ਲਈ ਕਹਿੰਦੇ ਅਸੀਂ ਸਦਾ ਹੀ ਗੁਰੂ ਤੋਂ ਬਲਿਹਾਰ ਜਾਂਦੇ ਹਾਂ। ਕਿਉਂ? ਗੁਰੂ ਦੀ ਪ੍ਰੇਰਨਾ, ਗੁਰੂ ਦੀ ਦਿੱਤੀ ਸੋਝੀ, ਗੁਰੂ ਦੀ ਕੀਤੀ ਸੰਗਤ ਕਾਰਨ ਹੀ ਸਾਨੂੰ ਪਰਮਾਤਮਾ ਬਾਰੇ ਪਤਾ ਲੱਗਾ। ਨਹੀਂ ਸਾਨੂੰ ਕਿ ਉਹਦਾ ਪਰਮਾਤਮਾ ਹੈ ਕਿ ਨਹੀਂ ਹੈ, ਹੁਣ ਵੀ ਨਹੀਂ ਪਤਾ। ਅਸੀਂ ਤੇ ਗੁਰੂ ਤੇ ਸਾਡਾ ਵਿਸ਼ਵਾਸ ਹੈ ਵੀ ਗੁਰੂ ਬ੍ਰਹਮ ਨੂੰ ਜਾਣਦਾ ਹੈ। ਇਹ ਜਿਹੜਾ ਬ੍ਰਹਮ ਨੂੰ ਜਾਣ ਲਏ, ਰੱਬ ਨੂੰ ਜਾਣ ਲਏ, ਉਹਨੂੰ ਕਿਤੇ ਬ੍ਰਹਮ ਗਿਆਨੀ। ਗੁਰੂ ਬ੍ਰਹਮ ਗਿਆਨੀ ਹੁੰਦਾ ਹੈ, ਉਹ ਰੱਬ ਨਾਲ ਮਿਲਿਆ ਹੁੰਦਾ ਹੈ, ਉਹ ਰੱਬ ਨੂੰ ਜਾਣਦਾ ਹੈ। ਇਸ ਲਈ ਉਹ ਕਹਿੰਦਾ ਰੱਬ ਹੈਗਾ। ਅਸੀਂ ਹੈਗੇ ਉਹਦੇ ਸਿੱਖ। ਸਿੱਖ ਹਿੰਦੀ ਦਾ ਸ਼ਬਦ ਹੈ ਸ਼ਿਸ਼। ਸ਼ਿਸ਼ ਹੁੰਦਾ ਚੇਲਾ, ਸਿੱਖ ਮੈਨੇ ਵੀ ਚੇਲਾ। ਚੇਲੇ ਦਾ ਫਰਜ਼ ਬਣਦਾ ਹੈ ਆਪਣੇ ਗੁਰੂ 'ਤੇ ਵਿਸ਼ਵਾਸ ਕਰਨੇ, ਤੇ ਚੇਲੇ ਹੀ ਕਾਹਦਾ। ਛੋਟੇ ਬੱਚੇ ਨੂੰ ਆਪਣੇ ਟੀਚਰ 'ਤੇ ਵਿਸ਼ਵਾਸ ਹੁੰਦਾ ਹੈ, ਵੱਡੇ ਨੂੰ ਕਈ ਵਾਰੀ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ? ਉਹ 'ਚ ਹਉਮੈ ਆ ਜਾਂਦੀ ਹੈ। ਛੋਟੇ ਬੱਚੇ ਨੂੰ ਆਪਣੇ ਮੈਡਮ 'ਤੇ, ਆਪਣੇ ਟੀਚਰ 'ਤੇ 100% ਵਿਸ਼ਵਾਸ ਹੁੰਦਾ ਹੈ। ਇਸ ਤਰ੍ਹਾਂ ਜਿਹੜੇ ਪਰਮਾਤਮਾ ਦੇ ਭਗਤ ਨੇ ਉਹਨਾਂ ਨੂੰ ਪਰਮਾਤਮਾ ਦੇ 100% ਵਿਸ਼ਵਾਸ ਹੁੰਦਾ ਹੈ। ਜਿਹੜਾ ਵਾਕਈ ਸਿੱਖ ਹੈ ਉਹਨੂੰ ਗੁਰੂ ਦੀ ਗੱਲ 'ਤੇ 100% ਵਿਸ਼ਵਾਸ ਹੁੰਦਾ ਹੈ। ਅਤੇ ਇਸ ਲਈ ਕਹਿੰਦੇ ਮੈਂ ਇਹੋ ਜਿਹੇ ਗੁਰੂ ਤੋਂ ਸਦਾ ਹੀ ਬਲਿਹਾਰ ਜਾਂਦਾ ਹਾਂ ਜਿਸ ਦੀ ਕਿਰਪਾ ਨਾਲ ਮੈਂ ਪਰਮਾਤਮਾ ਦਾ ਨਾਮ ਜਪਦਾ ਹਾਂ। ਸਤਿਕਾਰਯੋਗ ਸਾਧ ਸੰਗਤ ਜੀ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।